ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਜਸਵੀਰ ਸਿੰਘ ਭੱਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 23 ਅਪ੍ਰੈਲ, ਸ਼ਾਮ ਦੇ 6:30 ਹੋਏ ਨੇ। ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਅਕਾਲ ਟਰੱਕ ਐਂਡ ਟਰੈਵਲ ਅਤੇ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਸੋ ਅਕਾਲ ਟਰੱਕ ਐਂਡ ਟ੍ਰੇਲਰ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਇੱਥੇ ਤੁਹਾਨੂੰ ਪਹਿਲਾਂ ਵਾਲੀਆਂ ਸਹੂਲਤਾਂ ਜੋ ਸਰਵਿਸਿਜ਼, ਵਿੰਡ ਸਕਰੀਨ, ਬ੍ਰੇਕਸ, ਡਿਫਰੈਂਸ਼ੀਅਲ, ਗੇਅਰ, ਇੰਜਨ ਰੀਬਿਲਡ ਵਗੈਰਾ ਦੀ, DOT ਸੇਫਟੀ ਵਗੈਰਾ ਦਾ ਜੋ ਕੰਮ ਕੀਤਾ ਜਾਂਦਾ ਸੀ, ਉਸ ਤੋਂ ਇਲਾਵਾ ਹੁਣ ਕੁਇਕ ਟਰੱਕ ਲੀਵ ਦੇ ਨਾਲ ਨਾਲ ਇੱਥੇ ਸੈਮੀ ਦੇ ਲਈ ਵਾਸ਼ ਅਤੇ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੈ। 2044592000 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ 'ਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ 'ਚ ਡਿਸਪੈਚ ਕਰਦੀ ਹੈ ਜੀ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਕੁਛ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ
ਸਵਾਗਤ ਹੈ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਜੁੜ ਗਏ ਨੇ। ਭੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ ਕਿ ਕੈਨੇਡਾ ਇੰਗਲੈਂਡ ਨੇ ਜਿਹੜੇ ਨੇ ਆਉਂਦੇ 30 ਦਿਨਾਂ ਲਈ ਭਾਰਤ ਦੀਆਂ ਸਾਰੀਆਂ ਉਡਾਨਾਂ ਬੰਦ ਕਰ ਦਿੱਤੀਆਂ ਨੇ। ਸ਼ਾਇਦ ਇਹੀ ਕਾਰਨ ਸੀ ਕਿ ਜਿਹੜੇ ਬੱਚੇ ਬੜੇ ਪਰੇਸ਼ਾਨ ਹੋਏ, ਜਿਨ੍ਹਾਂ ਸਟੂਡੈਂਟਸ ਨੇ ਜਾਣਾ ਸੀ ਉਹ ਬੜੇ ਪਰੇਸ਼ਾਨ ਹੋਏ ਇੱਥੇ ਅੰਮ੍ਰਿਤਸਰ ਹਵਾਈ ਅੱਡੇ 'ਤੇ। ਜੀ 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 ਜੀ, ਕਿੱਥੋਂ ਤੱਕ ਗੱਲ ਕਰਨਾ ਜੀ, ਫਲਾਈਟਾਂ ਕਦੀ ਉਹਨਾਂ ਨੇ ਬੰਦ ਕੀਤੀਆਂ। ਭਾਰਤ ਦੇ ਵਿੱਚ ਜਿਹੜਾ ਸਟ੍ਰੇਨ ਹੁਣ ਆਇਆ ਇਸ ਵੇਲੇ ਕਾਫੀ ਘਾਤਕ ਮੰਨਿਆ ਗਿਆ ਜੀ। ਸਿੰਗਾਪੁਰ ਤੋਂ ਜਿਸ ਟੈਸਟ ਕਰਾ ਕੇ ਸਾਡੇ ਲੋਕ ਗਏ, ਉਹਨਾਂ ਟੈਸਟ ਕੀਤੇ, ਉਹਨਾਂ ਕਿਹਾ ਭਾਈ ਏਦਾਂ ਨਹੀਂ ਚੱਲੂਗੀ, ਫਲਾਈਟਾਂ ਬੰਦ ਕਰੋ ਜੀ। ਪਾਕਿਸਤਾਨ ਵਰਗੇ, ਸ਼੍ਰੀਲੰਕਾ ਵਰਗੀ ਕੰਟਰੀ ਨੇ ਕਹਿ ਦਿੱਤਾ ਵੀ ਨਹੀਂ, ਸਾਡੇ ਫਲਾਈਟ ਜਿਹੜੀ ਹੈ ਕੋਈ ਨਹੀਂ ਆਊਗੀ। ਕੈਨੇਡਾ ਨੇ ਜਿਹੜੀਆਂ ਏਅਰ ਬਬਲ ਫਲਾਈਟਸ ਵੀ ਬੰਦ ਕਰ ਦਿੱਤੀਆਂ ਜੀ। USA ਨੇ ਕਹਿਤਾ ਸਾਡੀ ਕੋਈ ਫਲਾਈਟ ਨਹੀਂ ਆਏਗੀ, ਕੋਈ ਚਾਹੇਗੀ। ਇਸ ਕਰਕੇ ਜਿਹੜਾ ਸਟ੍ਰੇਨ ਇਸ ਵੇਲੇ ਸਾਡੇ ਕੋਲ ਇੰਡੀਆ 'ਚ ਆਇਆ ਉਹ ਕਾਫੀ ਖਤਰਨਾਕ ਹੈ ਜੀ। ਇਸ ਵੇਲੇ ਤੁਸੀਂ ਵੇਖੋ, ਰਾਈਟਰ ਨੇ ਜਿਹੜੀ ਇੱਕ ਫੋਟੋ ਛਾਪੀ ਹੈ, ਰਾਈਟਰ ਨੇ ਫੋਟੋ ਦਿੱਲੀ ਦੀ ਲੈ ਕੇ ਛਾਪੀ, ਇੱਕ ਸ਼ਮਸ਼ਾਨ ਘਾਟ ਦੀ ਜੀ, ਕਿ ਜਿੰਨੇ ਉੱਥੇ ਸਲੋਟ ਬਣੇ ਆ ਉਦੋਂ 3 ਗੁਣਾ ਵੱਧ ਸੰਸਕਾਰ ਹੋ ਰਹੇ ਨੇ ਜੀ। ਕਿ ਖੜੇ ਤੇ ਬੜੇ ਆ, ਖੜਿਆਂ ਤੋਂ ਇਲਾਵਾ ਬਾਕੀ ਜਿਹੜੀ ਖਾਲੀ ਥਾਵਾਂ 'ਚ ਸੰਸਕਾਰ ਹੋ ਰਹੇ ਨੇ। ਫੇਰ ਵੀ ਲੋਕਾਂ ਨੂੰ ਬੂਹਾ ਬੰਦ ਕਰਤਾ, ਬਾਹਰ ਰੁਕੋ ਵੀ, ਬਾਕੀ ਜਗ੍ਹਾ ਖਾਲੀ ਹੋਊਗੀ ਤੇ ਫਿਰ ਜਗ ਤੋਂ ਮੌਕਾ ਜੀ। ਜਿੱਥੇ ਲੋਕ ਚੌਥੇ ਤੇ 3 ਦਿਨ ਬਾਅਦ 4 ਦਿਨ ਬਾਅਦ ਚੁੱਕਦੇ ਸੀ ਫੁੱਲ, ਕਹਿਤਾ ਉਹਨਾਂ ਨੂੰ ਭਾਈ ਤੁਸੀਂ ਅਗਲੇ ਦਿਨ ਆ ਕੇ ਫੁੱਲ ਚੁੱਕ ਕੇ ਲੈ ਜਾਓ ਆਪਣੇ। ਉਹਦੇ ਵਿੱਚ ਕਰੋਨਾ ਵਾਲੇ ਮਰੀਜ਼ ਵੀ ਆ ਰਹੇ ਆ ਤੇ ਦੂਜੇ ਮਰੀਜ਼ ਵੀ ਆ ਰਹੇ ਆ ਜੀ। ਜਿਹੜੇ ਜਤਿੰਦਰ ਸਿੰਘ ਸ਼ੈਂਟੀ ਉਹ ਕਹਿੰਦੇ ਵੀ ਮੈਨੂੰ ਘੱਟੋ ਘੱਟ ਡੇਲੀ 50 ਜਿਹੜੀਆਂ ਮੈਂ ਲਾਸ਼ਾਂ ਫੂਕਦਾ, ਮੈਂ ਕਿੰਨੀਆਂ ਕੁ ਲੋਕ ਲਾਸ਼ਾਂ ਫੂਕੂੰਗਾ, ਹੋਰ ਕਿੰਨੀਆਂ ਕੁ ਮੇਰੇ ਨਸੀਬ ਲਾਸ਼ਾਂ ਲਿਖੀਆਂ। ਇਸ ਕਰਕੇ ਉਹਨਾਂ ਨੇ ਇਸ ਸਟੇਨ ਨੂੰ ਲੈ ਕੇ ਜਿਹੜਾ ਕਾਫੀ ਚਿੰਤਾ ਪ੍ਰਗਟ ਕੀਤੀ ਵਰਲਡ ਦੇ ਵਿੱਚ ਵੀ ਇੰਡੀਆ ਦੇ ਵਿੱਚ ਇਸ ਵੇਲੇ ਜਿਹੜੇ ਮੌਤਾਂ ਜੇ ਸਭ ਤੋਂ ਵੱਧ ਹੋ ਰਹੀਆਂ ਨੇ। ਜੇ ਆਪਾਂ ਮੌਤਾਂ ਦੀ ਗੱਲ ਕਰ ਲਈਏ, ਪਿਛਲੇ ਜਿਹੜੀਆਂ 24 ਘੰਟਿਆਂ 'ਚ ਹੋਈਆਂ, ਟੋਟਲ ਦੁਨੀਆ ਵਿੱਚ 13,323 ਮੌਤਾਂ ਹੋਈਆਂ, ਜਿਹਦੇ ਵਿੱਚੋਂ 2104 ਮੌਤਾਂ ਜਿਹੜੀਆਂ ਸਾਡੀਆਂ ਇੰਡੀਆ ਦੇ ਵਿੱਚ ਹੋਈਆਂ। ਦੁਨੀਆ ਦੇ ਵਿੱਚ ਕੇਸ ਆਏ ਨੇ 8.86 ਲੱਖ, ਜਿਹਤੋਂ 3.16 ਲੱਖ ਇੰਡੀਆ ਚ ਕੇਸ ਆਏ ਨੇ। ਕਿੱਥੇ ਸਾਡੀਆਂ ਸਰਕਾਰਾਂ ਸੁੱਤੀਆਂ ਨੇ? ਤੁਸੀਂ ਬੰਗਾਲ ਦੀ ਚੋਣ ਲਾ ਲਓ, ਦੇਸ਼ ਵਿਚਾਰ ਤਬਾਹ ਹੋ ਜਾਏ। ਜੇ ਕਿਤੇ ਰਾਹੁਲ ਗਾਂਧੀ ਨੇ ਕੋਈ ਟਿੱਪਣੀ ਕੀਤੀ, ਭਾਈ ਤੁਸੀਂ ਠੀਕ ਨਹੀਂ ਕਰ ਰਹੇ, ਉਹਨੂੰ ਕਹਿੰਦੇ ਸਿਆਸਤ ਕਰਦੇ ਹੋ, ਸਿਆਸਤ ਕਰਦੇ ਹੋ। ਹੁਣ ਤੇ ਟੀਕਿਆਂ ਦੇ ਉੱਤੇ ਵੀ ਤੁਸੀਂ ਨੋਟਬੰਦੀ ਵਾਲਾ ਸਿਸਟਮ ਕਰ ਲਿਆ। ਜਿਵੇਂ ਨੋਟਬੰਦੀ ਦੇ ਵਿੱਚ ਲੋਕੀ ਲਾਈਨਾਂ 'ਚ ਲੱਗ ਕੇ ਆਪਣੇ ਬੈਂਕਾਂ 'ਚੋਂ ਪੈਸੇ ਲੈਂਦੇ ਸੀ, ਹੁਣ ਟੀਕਾ ਜਿਹੜੇ ਲਾਈਨਾਂ 'ਚ ਲੱਗੇ ਲਵਾਉਣ ਰਹੇ। ਉੱਥੇ ਕਹਿੰਦੇ ਟੀਕਾ ਤਾਂ ਹੈਗਾ ਜੀ, ਮੁੱਕ ਗਿਆ ਜੀ। 6 ਕਰੋੜ ਟੀਕਾ ਤੁਸੀਂ ਬਾਹਰਲੇ ਦੇਸ਼ਾਂ ਨੂੰ ਫਰੀ ਦੇਤਾ ਜੀ, ਆਪਣੇ ਦੇਸ਼ ਦੇ ਲੋਕਾਂ ਨੂੰ ਤੁਸੀਂ ਮੁੱਲ ਵੇਚ ਰਹੇ ਹੋ। ਇਹ ਕਾਹਦਾ ਵਪਾਰ ਆ ਜੀ? ਹੋ ਕੀ ਰਿਹਾ ਵਾ? ਲੋਕ ਪਰੇਸ਼ਾਨ ਨੇ ਇਸ ਗੱਲ ਦੇ ਉੱਤੋਂ ਜੀ। ਜੇ ਡਾਕਟਰ ਮਨਮੋਹਨ ਸਿੰਘ ਨੇ ਸੁਝਾਅ ਲਿਖੇ ਤਾਂ ਉੱਥੇ ਟਿੱਪਣੀਆਂ ਕੀਤੀਆਂ ਕੀ ਪ੍ਰਕਾਰ ਦੀਆਂ? ਹਰਸ਼ਵਰਧਨ ਦੇ ਸਿਹਤ ਮੰਤਰੀ ਹੈ। ਡਾਕਟਰ ਮਨਮੋਹਨ ਸਿੰਘ ਦੀ ਸਤਿਕਾਰਯੋਗ ਹੈਗਾ ਸੀ ਸ਼ਖਸੀਅਤ ਨੇ, ਉਹਨਾਂ ਨੇ ਟਿੱਪਣੀ, ਉਹਨੇ ਸਿਰਫ ਸੁਝਾਅ ਦਿੱਤੇ ਸੀ ਵੀ ਸਾਨੂੰ ਇਹਨੂੰ ਰੋਕਣ ਵਾਸਤੇ ਇਹ ਸੁਝਾਅ ਸਾਡੇ ਹੈਗੇ ਆ ਜੀ ਜੀ। ਤੁਸੀਂ ਸੁਝਾਅ ਮੰਨਣ ਨੂੰ ਤਿਆਰ ਨਹੀਂ ਹੈਗੇ। ਕਿਸਾਨਾਂ ਨਾਲ ਤੁਸੀਂ ਪੰਗਾ ਪਾ ਕੇ ਬੈਠੇ, ਵਪਾਰੀਆਂ ਨੂੰ ਤੁਸੀਂ ਪੰਗਾ ਪਾ ਕੇ ਬੈਠੇ। ਇੱਕੋ ਹੀ ਗੱਲ ਵੀ ਜਿਹੜੀ ਗੱਲ ਅਸੀਂ ਮੂੰਹ ਚੋਂ ਕੱਢ ਦਿੱਤੀ ਪੂਰੀ। ਇਹ ਤਾਂ ਕੀ ਕਹਿੰਦੇ ਨਾ ਵੀ ਰਾਜੇ ਵਾਲੀ ਹੱਠ ਹੋ ਗਈ। ਬਿਲਕੁਲ ਬਿਲਕੁਲ ਨਹੀਂ, ਰਾਜੇ ਦਾ ਵੀ ਕੋਈ ਕਿਰਦਾਰ ਹੁੰਦਾ ਜੀ। ਤੁਸੀਂ ਕਾਰੂ ਬਾਦਸ਼ਾਹ ਦਾ ਸੁਣਿਆ ਹੋਣਾ ਜੀ। ਕਾਰੂ ਬਾਦਸ਼ਾਹ ਨੇ ਇੰਨੇ ਕਿ ਲੋਕਾਂ ਕੋ ਪੈਸੇ ਖੋਲੇ ਮੋਦੀ ਵਾਂਗੂ ਜੀ, ਲੋਕ ਮੰਗ ਕਰਤੇ। ਉਹਨੇ ਵੇਖਿਆ ਹੁਣ ਮੈਂ ਟੈਸਟ ਕਰਾਂ, ਲੋਕਾਂ ਕੋਲ ਕੋਈ ਪੈਸਾ ਨਹੀਂ ਰਹਿ ਗਿਆ ਜੀ। ਉਹਨੇ ਕਿਹਾ ਜਿਹੜਾ ਮੇਰੇ ਕੋਲ ਇੱਕ ਮੋਹਰ ਲੈ ਕੇ ਆ ਗਏ ਸੋਨੇ ਦੀ, ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰੂੰਗਾ, ਉਹਨੂੰ ਆਪਣੀ ਕੁੜੀ ਦਾ ਵਿਆਹ ਕਰੂੰਗਾ। ਇੱਕ ਜਿਹੜਾ ਮੁੰਡਾ ਸੀ ਆਪਣੀ ਮਾਂ ਦੇ ਖੜੇ ਪੈ ਗਿਆ, ਮੈਂ ਰਾਜੇ ਦੀ ਕੁੜੀ ਦਾ ਵਿਆਹ ਕਰਾਉਣਾ। ਮਾਂ ਜਿੱਥੋਂ ਮਰਜ਼ੀ ਪੈਸਾ 1 ਰੁਪਈਆ ਲੱਭ ਕੇ ਲਿਆ ਜੀ। ਉਹ ਕਹਿੰਦੀ ਕੋਈ ਬੱਚੇ ਪੈਸਾ ਹੈ ਹੀ ਨਹੀਂ, ਦੇਣਾ ਕਿੱਥੋਂ? ਅਖੀਰ ਤੇ ਉਹ ਖੜੇ ਪੈ ਜਾਂਦਾ। ਫਿਰ ਕਹਿੰਦੀ ਇੱਕ ਕੰਮ ਕਰ, ਉਹ ਕਿਤੇ ਅੱਛੇ ਘਰ ਚ ਹੋਊਗਾ ਕਿਤੇ। ਉਹ ਕਹਿੰਦੀ ਵੀ ਤੇਰੇ ਪਿਓ ਦੇ ਜਿਹੜੇ ਮਰਨ ਲੱਗਿਆ, ਜੋ ਕਬਰ ਤੇ ਦੱਬਿਆ ਸੀ, ਉਹਦੇ ਮੂੰਹ 'ਚ 1 ਰੁਪਈਆ ਸੋਨੇ ਦਾ ਪਾਇਆ ਸੀ, ਉਹ ਕੱਢ ਲਿਆ। ਉਹਨੇ ਜਵਾਨ ਨੇ ਉਹ ਕੀਤਾ, ਕੁਰ ਪੁੱਟੀ, ਰੁਪਈਆ ਕੱਢਿਆ ਜੀ, ਸਾਫ ਸੁਫ ਕੀਤਾ, ਰਾਜੇ ਦੇ ਦਰਬਾਰ ਚਲਾ ਗਿਆ। ਦਰਬਾਰੀ ਨੂੰ ਕਹਿਣ ਲੱਗਾ ਜੀ ਮੈਂ ਰਾਜੇ ਦੇ ਮਿਲਣਾ ਵਾ।
ਉਹਨੇ ਕਿਹਾ ਰੁਪਈਆ ਲੈ ਕੇ ਆਓ ਤੇ ਮੈਂ ਜਿਹੜੀ ਉਹ ਕੁੜੀ ਦਾ ਰਿਸ਼ਤਾ ਉਹਨਾਂ ਕਰਾਂਗਾ ਜੀ। ਮੈਂ ਰੁਪਈਆ ਲੈ ਕੇ ਆਇਆ, ਉਹਨੂੰ ਰਾਜੇ ਨੂੰ ਪੇਸ਼ ਕੀਤਾ ਕਿ ਰਾਜਾ ਨਾ ਰੁਪਈਆ ਲਿਆਂਦਾ ਕਿੱਥੋਂ, ਦੱਸ ਪਹਿਲਾਂ ਮੈਨੂੰ। ਕਹਿੰਦਾ ਜਿਹੜਾ ਰਿਸ਼ਤਾ ਤੇਰਾ ਕਰਨਾ, ਵਿਆਹ ਕਰੋ, ਉਹਦੇ ਬਾਅਦ ਦੀ ਗੱਲ, ਰੁਪਈਆ ਲਿਆਂਦਾ ਕਿੱਥੋਂ ਲੈਂਦਾ ਉਹ ਦੱਸ। ਉਹ ਕਹਿੰਦਾ ਜੀ ਆਹ ਗੱਲ ਸੀ, ਮੈਂ ਆਪਣੀ ਮਾਂ ਦੇ ਖਹਿੜੇ ਪੈ ਗਿਆ ਤੇ ਮੇਰੇ ਪਿਓ ਦੇ ਜਦੋਂ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਇੱਕ ਸੋਨੇ ਦਾ ਰੁਪਈਆ ਪਾਇਆ ਸੀ, ਉਹ ਕੱਢ ਕੇ ਲਿਆ। ਸਾਰੀਆਂ ਕਬਰਾਂ ਫਲਾਰਤੀਆਂ ਉਹਨੇ ਕਿ ਉਹਨਾਂ ਮੁਰਦਿਆਂ ਦੇ ਮੂੰਹ ਚ ਵਿਕੜ ਲਓ। ਹੁਣ ਮੋਦੀ ਸਾਹਿਬ ਮੁਰਦਿਆਂ ਦੇ ਮੂੰਹ ਚੋਂ ਪੈਸੇ ਕੱਢਣ ਡਿਆ। ਇੱਥੋਂ ਤੱਕ ਤੇ ਕਹਾਣੀ ਪੁੱਜ ਗਈ, ਬਾਕੀ ਕੀ ਰਹਿ ਗਿਆ? ਨੋਟਬੰਦੀ ਵੇਲੇ ਵੀ ਤੁਸੀਂ ਕੀ ਕੀਤਾ? ਜਿਹੜੀ ਸੀ ਆਪਣੀ ਟੀਕਾਕਰਨ ਵਾਲੇ, ਹੁਣ ਤੁਸੀਂ ਕੀ ਕਰ ਰਹੇ ਹੋ? ਜਦੋਂ GST ਲਾਇਆ ਉਦੋਂ ਕੀ ਕੀਤਾ? ਲੋਕਾਂ ਨੂੰ ਪਰੇਸ਼ਾਨ ਕੀਤਾ। ਲੋਕਾਂ ਨੇ 2-2 ਮਹੀਨੇ ਕਾਰੋਬਾਰ ਵਿੱਚ ਹੁੰਦੇ ਸੀ, ਬਿੱਲ ਕਿੱਥੋਂ ਕੱਟੀ, ਕਿਵੇਂ ਕੱਟੀ ਸੀ ਸਮਝ ਨਹੀਂ ਕਿਸੇ। ਜਿਹਦੇ ਵਿੱਚ ਮੈਂ ਕਹਿੰਦਾ ਸੈਂਕੜੇ ਤਰਮੀਮਾਂ ਕਰਤੀਆਂ, ਅਜੇ ਵੀ ਸੱਟ ਨਹੀਂ ਬੈਠਾ ਜੀ। ਇਸ ਕਰਕੇ ਦਾਨੇਵਾਲੀਆ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ, ਹਾਲਾਤ ਬੜੇ ਮਾਰੇ ਤੇ ਅੱਜ ਤੇ ਫਲਾਈਟਾਂ ਬੰਦ ਹੋਈਆਂ ਨਾ, ਕੱਲ ਨੂੰ ਮੈਂ ਨਾ ਹੋਰ ਹੀ ਬੜਾ ਕੁਝ ਬੰਦ ਹੋ ਜਾਣਾ। ਬਿਲਕੁਲ ਮੈਂ ਹੈਰਾਨ ਹੈ। ਕਹਿੰਦੇ ਤੁਹਾਡੇ ਵਾਲੀ ਗੱਲ ਵੀ ਵਿਆਹ ਲੋਕਾਂ ਦੇ ਬੰਦ ਕਰਤੇ। ਅੱਜ ਅਸੀਂ ਆ ਬਠਿੰਡੇ ਗਏ ਆ, ਹੁਣ ਜਿਹੜੇ 10 ਵਾਲਾ ਉਹਦੇ ਲਈ ਵੀ ਲਾਇਸੈਂਸ ਲਓ। ਹਾਂਜੀ, ਉਹ 10 ਦਾ ਮਿਲਦਾ, 11ਵੀਂ ਜਿਹਨੇ ਬਹੂ ਨਾਲ ਲਿਆਉਣੀ ਆ ਉਹਦਾ ਕਾਗਜ਼ ਕੌਣ ਬਣਾਊ? ਜਾਂ ਤਾਂ ਫਿਰ ਇੱਕ ਬਰਾਤੀ ਨੂੰ ਮਗਰ ਲਾ ਕੇ ਆਉਣਗੇ ਵੀ ਤੂੰ ਤੁਰਿਆ ਫਿਰ। ਹੈਂ, ਹਾਲਾਤ ਬੁਰੇ ਹੈ ਜੀ। ਅੱਜ 50 ਐਪਲੀਕੇਸ਼ਨਾਂ ਆਈਆਂ ਨੇ, ਮੁੜੀਆਂ ਕਿੰਨੀਆਂ ਨੇ ਉਹ ਹਜੇ ਪਤਾ ਕੋਈ ਨਹੀਂ। ਕੱਲ ਦੀ ਛੁੱਟੀ ਆ ਗਈ, ਹੁਣ ਜਿਹਦਾ ਕੱਲ ਤੇ ਪਰਸੋਂ ਸਾਹਾ ਵੀ ਬਹੁਤ ਜ਼ਿਆਦਾ। ਕੀ ਕਹੋਗੇ ਦੱਸੋ? ਲੋਕਾਂ ਨੇ, ਇੱਕ ਬੰਦੇ ਨੇ ਆਪਣੀ ਕਿਹਾ, ਜਲੰਧਰ ਦਾ ਨਿਊ ਮੰਡਲ ਰਹਿਣ ਵਾਲਾ ਵਾ, ਰਮੇਸ਼ ਚੰਦ, ਉਹ ਕਹਿੰਦਾ ਅਸੀਂ 4 ਭਰਾ ਵਾਂ, 2 ਮੇਰੀਆਂ ਭੈਣਾਂ ਵਾ, ਸਾਰੇ ਸ਼ਾਦੀशुदा ਵਾ ਜੀ। ਅਸੀਂ ਘਰ ਦੇ 30 ਜੀ ਦਾ, ਅਸੀਂ ਇੱਕ ਨੂੰ ਜਾ ਕੇ ਕਹੀਏ ਤੂੰ ਨਾ ਆਈ, ਜਿਹਨੂੰ ਕਿਹਾ ਤੂੰ ਤੋਂ ਨਾਰਾਜ਼ ਹੋ ਜੀ। ਹਾਲਾਤ ਇਹ ਬੜੇ ਪਏ ਆ ਕਿ ਜਿਵੇਂ ਅੱਜ ਤੁਹਾਨੂੰ ਪਤਾ ਚੰਡੀਗੜ੍ਹ ਤੋਂ ਬਾਜ਼ਾਰ ਹੈ ਬੜਾ ਵੱਡਾ। ਚੰਡੀਗੜ੍ਹ ਪਲਾਜ਼ੇ ਦੇ ਵਿੱਚ ਉੱਥੇ ਵਪਾਰੀ ਕੀ, ਦੁਕਾਨਦਾਰ ਕੀ, ਵਿਦਿਆਰਥੀ ਕੀ, ਔਰਤਾਂ ਕੀ, ਸਾਰੇ ਇਕੱਠੇ ਹੋ ਗਏ ਜੀ। ਉਹ ਕਹਿੰਦੇ ਹਫ਼ਤਾਵਾਰੀ ਜਿਹੜਾ ਤੁਸੀਂ ਲੋਕਡਾਊਨ ਲਾਉਂਦੇ ਅਸੀਂ ਬਿਲਕੁਲ ਨਹੀਂ ਲਾਉਣ ਦੇਣਾ। ਜਿਹੜੀਆਂ ਤੁਸੀਂ ਪ੍ਰਕਾਸ਼ਨ ਦਿਓਗੇ ਅਸੀਂ ਉਹਨੂੰ ਯੂਜ਼ ਕਰਾਂਗੇ ਜੀ। ਅਸੀਂ ਉਹਨਾਂ ਦੇ ਸਲੋਗਨ ਵੀ ਲਿਖੇ, ਬੜੇ ਪਿਆਰੇ ਲਿਖੇ ਉਹਨਾਂ ਨੇ। ਸਲੋਗਨ ਲਿਖ ਕੇ ਤੇ ਉਹਨਾਂ ਨੇ ਮੋਦੀ ਜੀ ਕਾਫੀ ਉੱਥੇ ਖਿਲਜੀ ਵਡਾਈ ਜੀ। ਉਹਨਾਂ ਨੇ ਸਲੋਗਨ ਲਿਖਿਆ ਜੀ, करप्ट लॉकडाउन नहीं, कोई इंतजाम करो, आंधी तूफान में, इंसानियत मैदान में जी। लॉकडाउन में जरूरी है 2 गज की दूरी है, मोदी सरकार करे नुकसान, छीने रोटी रोजी ते मुस्कान। अच्छा जी। ਇਹੋ ਜਿਹੇ ਉਹਨਾਂ ਨੇ ਹੱਥਾਂ 'ਚ ਬੈਨਰ ਫੜ ਕੇ ਜਿਹੜਾ ਮੁਜ਼ਾਹਰਾ ਉੱਥੇ ਕੀਤਾ ਤੇ ਲੋਕ ਕਹਿੰਦੇ ਆ ਵੀ ਤੁਸੀਂ ਸਾਨੂੰ ਜਿਹੜੀਆਂ ਲੋਕਡਾਊਨ ਨਾ ਲਾਓ, ਜਿਹੜੀਆਂ ਤੁਹਾਡੀਆਂ ਸਾਵਧਾਨੀਆਂ ਅਸੀਂ ਅਪਣਾਉਣ ਲਈ ਤਿਆਰ ਆ। ਅਸੀਂ ਭੁੱਖੇ ਮਰੇ ਪਏ ਆ ਜੀ। ਜਿਹੜੇ ਲੇਬਰ ਕਲਾਸ ਦੇ ਲੋਕ ਆ ਉਹ ਵਿਚਾਰੇ ਰੋਟੀ ਨਹੀਂ ਮਿਲ ਰਹੀ ਉਹਨਾਂ ਨੂੰ, ਕਿੰਨਾ ਕੁ ਤੁਸੀਂ ਮੰਗ ਕੇ ਖਾ ਲੈਣਗੇ। ਇਸ ਕਰਕੇ ਚੰਡੀਗੜ੍ਹ 'ਚ ਮੁਜ਼ਾਹਰਾ ਕੀਤਾ, ਉਹਨਾਂ ਕਿਹਾ ਅਸੀਂ ਲੋਕਡਾਊਨ ਬਿਲਕੁਲ ਨਹੀਂ ਕਰਾਂਗੇ, ਅਸੀਂ ਦੁਕਾਨਾਂ ਬੰਦ ਨਹੀਂ ਕਰਾਂਗੇ, ਜਿਹੜੇ ਸਾਰੇ ਚਲਾਨ ਕਰਨ ਤੁਸੀਂ ਕਰਦੇ ਹੋ ਕੋਈ ਗੱਲ ਨਹੀਂ, ਅਸੀਂ ਭੁਗਤ ਲਾਂਗੇ। ਅੱਗੇ ਵੀ ਤੇ ਭੁਗਤਣ ਡਏ ਨਾ, ਜੇ ਭੁੱਖੇ ਜੂ ਮਰਨਾ ਤੇ ਤੁਹਾਡੇ ਚਲਾਣਾ ਤਾਂ ਮਰੀਏ ਹੀ। ਇਸ ਕਰਕੇ ਇਸ ਵੇਲੇ ਜਿਹੜੀ ਹਾਲਾਤ ਆ ਉਹ ਵੀ ਬਹੁਤ ਹੀ ਸਾਜ਼ਗਰ ਨਹੀਂ ਹੈਗੇ। ਉਡਾਨਾਂ ਬੰਦ ਹੋਈਆਂ, ਉੱਥੋਂ ਆਉਣਾ ਜਾਣਾ ਬੰਦ ਹੋ ਗਿਆ। ਕੱਲ ਨੂੰ ਹੋ ਸਕਦਾ ਫੋਨ ਹੀ ਬੰਦ ਕਰਨ ਲੋੜ ਹੀ ਫਿਰ ਜੀ, ਸਿੱਧੋ ਪਰ ਵਾਇਰਸ ਆਉਂਦਾ ਵਾ। ਇਹਦੇ 'ਚ ਵੀ ਵਾਇਰਸ ਆਉਂਦਾ, ਜਿਵੇਂ ਅੱਜ ਕਰੀ ਜਾਂਦਾ ਇੱਕ ਬੀਬੀ ਕਹਿੰਦੀ ਭਾਈ ਤੂੰ ਪੈਸੇ ਕਢਾਉਣ ਚੱਲੇ ATM 'ਚ, ਉੱਥੇ ਪਤਾ ਨਹੀਂ ਕਿੰਨਿਆਂ ਦੇ ਹੱਥ ਲੱਗੇ ਆ। ਹੁਣ ਮੈਨੂੰ ਲੱਗਦਾ ATM ਨਾ ਬੰਦ ਕਰ ਦੇਣ। ਬਿਲਕੁਲ ਠੀਕ ਹੈ ਜੀ ਗੱਲ, ਬਿਲਕੁਲ ਠੀਕ ਗੱਲ, ਬਿਲਕੁਲ ਠੀਕ ਹੈ ਤੁਸੀਂ। ਇਹ ਗੱਲਾਂ ਨੇ ਜੀ ਪਟਿਆਲਾ ਸਾਹਿਬ, ਜਿਵੇਂ ਕਹੀ ਜਾਂਦੇ ਹੋ ਸਥਿਤੀਆਂ ਜਿਹੜੀਆਂ ਨੇ ਹੈ। ਪਰ ਹੁਣ ਆਪਾਂ ਗੱਲ ਕਰੀਏ ਤਾਂ ਕੋਟਕਪੂਰਾ ਕਾਂਡ ਦੇ ਲਈ ਕੋਈ ਜਾਂਚ ਕਮੇਟੀ ਬਣ ਰਹੀ ਹੈ ਜਦੋਂ ਚਲੇ ਗਏ ਨੇ ਇਹ ਜੀ। ਜਿਹੜੀ ਪਹਿਲੀ ਜਾਂਚ ਸਿੱਟ ਸੀ ਜੀ ਉਹ ਅੰਡਰ ਦੀ ਆਪਣੀ ਉਹਦੀ ਅੰਡਰ ਦੀ ਅਬਜ਼ਰਵੇਸ਼ਨ ਆਫ ਦੀ ਹਾਈ ਕੋਰਟ ਕੰਮ ਕਰਦੀ ਸੀ। ਹਾਈ ਕੋਰਟ ਦੇ ਜੱਜ ਨੇ ਤੇ ਫੈਸਲਾ ਸੁਣਾਤਾ, ਲੇਕਿਨ ਨੂੰ ਸਮਝ ਨਹੀਂ ਵੀ ਲਿਖਾ ਹੋਣ ਕੀ ਜੀ। ਰੋਜ਼ ਸਰਕਾਰੀ ਵਕੀਲ ਕਹਿੰਦਾ ਮਹਾਰਾਜ ਜੱਜ ਸਾਹਿਬ ਕਰ ਦਿਓ ਕਿਰਪਾ ਜੀ, ਕਰ ਦਿੰਦੇ ਅਜੇ ਤੱਕ ਉਹ ਜੱਜਮੈਂਟ ਨਹੀਂ ਲਿਖੇਗੀ। ਜੱਜਮੈਂਟ ਨਾ ਲਿਖਣ ਕਰਕੇ ਇਹ ਸਿੱਟ ਲੇਟ ਹੋ ਰਹੀ ਆ ਜੀ, ਕਿਉਂਕਿ ਇਹਨਾਂ ਨੂੰ ਆਪਸ਼ਨ 3 ਦਿੱਤੀਆਂ ਸੀ ਉਸ ਜੱਜ ਨੇ। ਉਹਨੇ ਕਿਹਾ ਮੈਂ ਇਹ ਰੱਦ ਕਰ ਰਿਹਾ, ਤੁਹਾਡੇ ਕੋਲ 3 ਆਪਸ਼ਨ ਨੇ,
ਇੱਕ ਕਹੋ ਤੇ ਮੈਂ ਸੀਬੀਆਈ ਨੂੰ ਮਾਰ ਕਰਦੇ ਆ ਜੀ, ਕਹੋ ਤੇ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਤੇ ਜਾਂ ਤੁਸੀਂ ਨਵੀਂ ਸਿੱਟ ਬਣਾ ਸਕਦੇ ਹੋ ਜੀ, ਜਿਹੜਾ ਸਰਕਾਰੀ ਵਕੀਲ ਸੀ ਉਹਨੇ ਆਪਣੇ ਸੀਨੀਅਰ ਨੂੰ ਕਿਹਾ, ਸੀਨੀਅਰ ਨੇ ਕਿਹਨੂੰ ਪੁੱਛਿਆ ਉਹ ਦੱਸ ਸਕਦਾ। ਉਹਨਾਂ ਨੇ ਕਿਹਾ ਵੀ ਇਹ ਗੱਲ ਲਿਖ ਕੇ ਦੇ ਦਿਓ, ਤੁਸੀਂ ਨਵੀਂ ਸਿੱਟ ਬਣਾਵਾਂਗੇ। ਨਵੀਂ ਸਿੱਟ ਚਲੋ ਬਣ ਜਾਏਗੀ। ਹੁਣ ਨਵੀਂ ਸਿੱਟ ਲਾਉਣਾ ਕਿਹਨੂੰ ਆ? ਦੋ ਅਧਿਕਾਰੀਆਂ ਦੇ ਨਾਂ ਚੱਲਦੇ ਜਿਹੜੇ ਦੋਹਾਂ ਸਰਕਾਰਾਂ 'ਚ ਆਲੂ ਰਹੇ ਨੇ ਜੀ, ਮਤਲਬ ਹਰ ਸਬਜ਼ੀ ਪੈਣ ਦੇ ਬੰਦੇ ਬੜੇ ਪਿਆਰੇ ਨੇ, ਦੋਵੇਂ ਬੰਦੇ ਪਿਆਰੇ ਨੇ, ਮਾੜੇ ਨਹੀਂ ਬੰਦੇ ਹੈਗੇ। ਲੇਕਿਨ ਉਹਨਾਂ ਨੇ ਜਿੰਨੀ ਧੱਕੇ ਨਾਲ ਤੇ ਜਿੰਨਾ ਹਿੱਕ ਦੇ ਜ਼ੋਰ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਕੰਮ ਕੀਤਾ ਉਹਦਾ ਨਹੀਂ ਕਰਨਾ ਉਹਨਾਂ ਨੇ ਜੀ, ਕਦੀ ਵੀ ਨਹੀਂ ਕਰਨਾ। ਇੱਕ ਗੁਰਪ੍ਰੀਤ ਸਿੰਘ ਭੁੱਲਰ ਆ, ਇੱਕ ਜਤਿੰਦਰ ਸਿੰਘ ਔਲਖ ਜੀ, ਦੋਵੇਂ ਸਾਊਜੇ ਬੰਦੇ ਆ। ਉਹਨਾਂ ਨੇ ਕਿਸੇ ਦੇ ਸਿਰ ਨਹੀਂ ਹੋਣਾ। ਉਹਨੇ ਕਹਿਣਾ ਚੱਲ ਯਾਰ ਦਾ ਭਲਾ ਹੁੰਦਾ ਕਰਦੇ, ਕਿਹਦਾ ਭਲਾ ਹੁੰਦਾ, ਜੇ ਭਲਾ ਕਰਦੇ ਕਰਦੇ ਫਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ। ਇਹਨਾਂ ਦੋਵਾਂ ਦੀ ਅਬਜ਼ਰਵੇਸ਼ਨ ਵਿੱਚ ਜਿਹੜੀ ਕੋਈ ਸਿੱਟ ਬਣਾਈ ਜਾ ਰਹੀ ਹੈ, ਇਹਨਾਂ ਚ ਇੱਕ ਲੈ ਲੈਣ, ਦੋ ਲੈਣ, ਇਹਨਾਂ ਦੀ ਮਰਜ਼ੀ ਹੈ। ਦੋਵੇਂ ਆਈਜੀ ਲੈਵਲ ਦੇ ਬੰਦੇ ਹੈਗੇ ਆ ਜੀ। ਤੁਹਾਨੂੰ ਪਤਾ ਜਤਿੰਦਰ ਸਿੰਘ ਔਲਖ ਦੀ ਕਾਲੀਆਂ ਵੇਲੇ ਝੰਡੀ ਰਹੀ ਹੈ, ਗੁਰਪ੍ਰੀਤ ਸਿੰਘ ਭੁੱਲਰ ਦੀ ਵੀ ਰਹੀ ਆ। ਬਿਲਕੁਲ ਜੀ। ਗੁਰਪ੍ਰੀਤ ਸਿੰਘ ਭੁੱਲਰ ਜਦੋਂ ਦਾ ਐਸਐਸਪੀ ਬਣਿਆ, ਉਹ ਭਾਵੇਂ ਕਾਲੀ ਦੀ ਸਰਕਾਰ ਤੋਂ ਭਾਵੇਂ ਕਾਂਗਰਸ ਦੀ ਆਵੇ, ਉਹ ਐਸਐਸਪੀ ਰਿਹਾ। ਉਹ ਕਦੇ ਵੀ ਕਿਤੇ ਲਾਈਨ 'ਚ ਗਿਆ, ਕਿਤੇ ਬਦਲੀ ਦੀ ਕਿਤੇ ਨਹੀਂ ਹੋਈ ਜੀ। ਇਸ ਕਰਕੇ ਦੋਵਾਂ ਦੇ ਵਿੱਚ ਜੇ ਲਾਉਂਦੇ ਆ ਤੇ ਉਹ ਬੰਦੇ ਸੌਬਰ ਜਿਹੇ ਹੈਗੇ, ਉਹਨਾਂ ਕੁੰਵਰ ਵਿਜੇ ਪ੍ਰਤਾਪ ਨੂੰ ਮਿਹਨਤ ਕਰਕੇ ਕੰਮ ਨਹੀਂ ਕਰਨਾ। ਭਾਵੇਂ ਕਿ ਇਹਨਾਂ ਹਦਾਇਤ ਕਰ ਰਹੇ ਨੇ ਭਾਈ ਉਹ ਚ ਮਾੜੀ ਮੋਟੀ ਤਬਦੀਲੀ ਕਰਕੇ ਤੁਸੀਂ ਉਹੀ ਰਿਪੋਰਟ ਪੇਸ਼ ਕਰ ਦਿਓ, ਲੇਕਿਨ ਜਿੰਨਾ ਚਿਰ ਉਹ ਜੱਜਮੈਂਟ ਨਹੀਂ ਆਉਂਦੀ, ਇਸ ਕਰਕੇ ਉਹ ਟੀਮ 'ਚ ਰੁਕਾਵਟ ਪੈ ਰਹੀ ਆ। ਉਹ ਟੀਮ ਬਣੂਗੀ ਤੇ ਇਹਨਾਂ ਨੇ ਇਹ ਵੀ ਕਿਹਾ ਵੀ ਵਿਦਨ 1.5 ਮੰਥ, 1.5 ਮਹੀਨੇ ਦੇ ਵਿੱਚ ਤੁਸੀਂ ਇਹਦੀ ਪੂਰੀ ਜਿਹੜੀ ਆ ਚਾਰਜਸ਼ੀਟ ਪੇਸ਼ ਕਰ ਦਿਓ। ਚਾਰਜਸ਼ੀਟ ਫਿਰ ਕੋਈ ਤਾਂ ਕਿ ਆਉਣੇ 4-5 ਮਹੀਨੇ ਦਾ ਰਿਜ਼ਲਟ ਕੋਈ ਨਿਕਲ ਆਵੇ ਜੀ। ਉਹ ਕੈਪਟਨ ਸਾਹਿਬ ਲੱਗੇ ਤੇ ਬੜੀ ਜ਼ੋਰ ਸ਼ੋਰ ਨਾਲ ਆ, ਲੇਕਿਨ ਨਤੀਜੇ ਦੇ ਨਿਕਲਦੇ ਕਿਉਂਕਿ ਉਹਨਾਂ ਫਿਰ ਤੁਹਾਨੂੰ ਪਤਾ ਦੂਸਰੀ ਪਾਰਟੀ ਫਿਰ ਕੋਰਟ ਚਲੇ ਜਾਏਗੀ, ਸੁਪਰੀਮ ਕੋਰਟ ਚਲੇ ਜਾਏਗੀ। ਬਿਲਕੁਲ, ਇਹਨਾਂ ਨੇ ਤਾਂ ਉਹੀ ਕੰਮ ਹੀ ਕਰਨਾ ਜੀ। ਬਿਲਕੁਲ, ਸੁਪਰੀਮ ਕੋਰਟ ਚਲੇ ਜਾਏਗੀ। ਹੁਣ ਵੇਖੋ, ਜਿਹੜੀ ਦਿੱਲੀ ਕਮੇਟੀ ਦੀ ਚੋਣ ਰੱਦ ਕਰਾਉਣ ਵਾਸਤੇ ਮਨਜਿੰਦਰ ਸਿੰਘ ਸਿਰਸੇ ਨੇ ਪੂਰਾ ਜ਼ੋਰ ਲਾਇਆ, ਪੂਰਾ ਜੀ ਪੂਰਾ। 3 ਕੇਸ ਹਾਈਕੋਰਟ ਪਏ, ਤਿੰਨੇ ਰੱਦ ਹੋਏ, ਲੇਕਿਨ ਕੁਦਰਤ ਨੇ ਮਦਦ ਕੀਤੀ। ਹੁਣ ਆਮ ਮਸਲੇ ਸਮੇਂ ਲਈ ਮੁਲਤਵੀ ਹੋ ਗਈ। ਉਹ ਮਹੀਨਾ ਮੁਲਤਵੀ ਰਹਿੰਦੀ ਹੈ, 2 ਮਹੀਨੇ ਰਹਿੰਦੀ ਹੈ, 6 ਮਹੀਨੇ ਲੱਗ ਜਾਂਦੇ। ਲਾਕਡਾਊਨ ਉਹਨਾਂ ਚ ਹੁਣ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਚੋਣਾਂ ਹੋਣ ਦੀ। ਇਸ ਕਰਕੇ ਇਹਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਨੂੰ ਲੰਘਾਉਣ ਵਾਸਤੇ 2022 ਦੀਆਂ ਚੋਣਾਂ ਲੰਘਾਉਣ ਵਾਸਤੇ ਉਹ ਜਿਹੜੀ ਵਿਰੋਧੀ ਧਿਰ ਉਹ ਜ਼ਰੂਰ ਜਿਹੜੀ ਸੁਪਰੀਮ ਕੋਰਟ ਜਾਵੇ ਜਾਂ ਕੋਈ ਹੋਰ ਹੀਲਾ ਕਰੇ, ਜ਼ਰੂਰ ਕਰੇ। ਜੇ ਉਹ ਕਰਦੀ ਆ, ਜੱਜ ਦੀ ਸ਼ਿਕਾਇਤ ਕਰ ਦਿਓ ਜੀ, ਸਾਨੂੰ ਜੱਜ ਤੇ ਵਿਸ਼ਵਾਸ ਨਹੀਂ ਹੈਗਾ ਜੀ। ਹਾਲੀ ਕਿ ਕਿਹਾ ਜਾਂਦਾ ਕਿ ਜਿਹੜੇ ਜੱਜ ਕੋਲ ਕੇਸ ਲੱਗਾ ਉਹ ਬਾਦਲਾਂ ਦੇ ਕੋਈ ਬੜੇ ਨਜ਼ਦੀਕੀ ਆ, ਕੋਈ ਆਪੋ ਨਜ਼ਦੀਕੀ ਕਿਉਂ ਆਪੋ ਗੱਲ ਨਹੀਂ, ਉਹ ਨਹੀਂ ਜਾਣ ਕਰਨ ਕੀ ਯਕੀਨੀ ਹੈਗਾ। ਇਸ ਕਰਕੇ ਜਿਹੜਾ ਵਾ ਇਹ ਜੇ ਸਿੱਟ ਬਣੀ ਵੀ ਗਈ, ਕੁੰਵਰ ਵਿਜੇ ਪ੍ਰਤਾਪ ਦੇ ਪੈਟਰਨ ਤੇ ਇਹ ਕੰਮ ਨਹੀਂ ਕਰ ਸਕਣਾ ਇਹਨਾਂ ਨੇ, ਨਾ ਉਹਨੀ ਜ਼ਰੂਰਤ ਹੈਗੀ ਕਰਨ ਦੀ। ਇਹ ਵਿਚਾਰੇ ਆਲੂ ਟਾਈਪ ਨੇ, ਹਰ ਸਬਜ਼ੀ 'ਚ ਪੈਣ ਵਾਲੇ ਬੰਦੇ ਨੇ। ਗੱਲ ਤਾਂ ਇਹ ਨਾ, ਫਿਰ ਇਨਸਾਫ ਕਿੱਧਰ ਗਿਆ ਪੱਟੀ ਸਾਹਿਬ, ਜਿਹਦੇ ਸਿਰ ਤੇ ਤੁਸੀਂ ਵੋਟਾਂ ਲਈਆਂ? ਦੂਲੋ ਨੇ ਆਪਣੀ ਇੰਟਰਵਿਊ ਦਿੱਤੀ ਅੱਜ। ਉਹਨੇ ਠੋਕ ਵਜਾ ਕੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਜਵਾਬਦੇਹ ਵਾ ਪੰਜਾਬ ਦੇ ਲੋਕਾਂ ਨੂੰ। ਕੈਪਟਨ ਅਮਰਿੰਦਰ ਸਿੰਘ ਗੁਰੂ ਨੂੰ ਜਵਾਬਦੇਹ ਵਾ ਜੀ। ਕੈਪਟਨ ਅਮਰਿੰਦਰ ਸਿੰਘ ਸੰਗਤ ਨੂੰ ਜਵਾਬਦੇਹ ਆ, ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੇ ਕਿਹਾ ਸੀ ਵੀ ਮੈਂ ਆਹ ਕੰਮ ਇੰਨੇ ਚਿਰ ਚ ਕਰੂੰ। ਕਿਉਂ ਨਹੀਂ ਕੀਤਾ? ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ ਜੇ ਕਿਤੇ ਸਾਡੀ ਇਹਨਾਂ ਨੂੰ ਅਸੀਂ ਸਜ਼ਾਵਾਂ ਨਾ ਦਵਾ ਸਕੇ, ਇਹ ਫੈਸਲਾ ਨਾ ਹੋ ਸਕਿਆ ਤੇ ਕੈਪਟਨ ਅਮਰਿੰਦਰ ਸਿੰਘ ਭੁੱਲ ਜੇ, ਫਿਰ ਪੰਜਾਬ ਦੇ ਵਿੱਚੋਂ ਕਾਂਗਰਸ ਜਿਹੜੀ ਪਰ ਲਾ ਕੇ ਉੱਡ ਜੂ। ਜੋ ਹਾਲ ਕਾਲੀਆਂ ਦਾ ਹੋਇਆ ਉਦੋਂ ਵੀ ਭੜਾ ਹਾਲ ਹੋ ਜੀ। ਉਹਨਾਂ ਨੂੰ 15 ਮਿਲਣੀਆਂ ਤੇ 14 ਮਿਲਣੀਆਂ ਮੁੜ ਕੇ। ਉਹਨੇ ਬੜਾ ਠੋਕ ਵਜਾ ਕੇ ਨਿਕਲ ਕੀ ਜੀ। ਇਸ ਕਰਕੇ ਜਦੋਂ ਇਹਨੇ ਹਿੱਕ ਦੇ ਜ਼ੋਰ ਨਾਲ ਕੋਈ ਬੋਲਦਾ ਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਇੱਕੋ ਹੀ ਗੱਲ ਮਾਰੀ, ਬਾਕੀ ਭਾਵੇਂ ਜਿੰਗੇ ਹੋਣੇ, ਉਹ ਬਾਹਰ ਨਹੀਂ ਨਿਕਲਦਾ। ਉਹ ਬਾਹਰ ਨਿਕਲ ਕੇ ਉਹ ਰਾਜਾ ਮਹਾਰਾਜੇ ਦੀ ਗੱਲ ਹੈਗੀ ਆ। ਤੁਹਾਨੂੰ ਮੈਂ ਦੱਸਿਆ ਸੀ ਮੈਨੂੰ ਰਾਜੇ ਦੀ ਡਿਗਰੀ ਕਿੱਥੋਂ ਮਿਲੀ ਹੈ। ਦੱਸਿਆ ਤੁਸੀਂ। ਅੱਛਾ, ਮੈਨੂੰ ਐਂ ਦੱਸੋ, ਸਿੱਧੂ ਨੇ ਅੱਜ ਕਿਉਂ ਹਟਾਇਆ ਜੀ? ਕਹਿੰਦਾ ਮੈਂ ਕਾਂਗਰਸ ਦਾ ਉਹ ਟਿਕ ਮਾਰਕ ਜਿਹਾ ਹਟਾਤਾ ਉਹਨੇ ਆਪਦੇ, ਕਹਿੰਦਾ ਮੈਂ ਕਾਂਗਰਸੀਆ ਨਹੀਂ ਰਿਹਾ। ਵੇਖੋ, ਸਿੱਧੂ ਨੇ ਅਜੇ ਨਾਂ ਨਹੀਂ ਲਿਆ। ਉਹ ਗ੍ਰਹਿ ਮੰਤਰੀ ਕਹਿੰਦਾ, ਗ੍ਰਹਿ ਮੰਤਰੀ ਦੇ ਕੋਲ ਅਧਿਕਾਰ ਹੁੰਦਾ। ਗ੍ਰਹਿ ਮੰਤਰੀ ਜਾ ਕੋਈ ਨਹੀਂ ਕੀਤਾ, ਗ੍ਰਹਿ ਮੰਤਰੀ ਜਾ ਕੋਈ ਨਹੀਂ ਕੀਤਾ। ਆਉਣ ਵਾਲੇ ਦਿਨਾਂ 'ਚ ਨਾਂ ਵੀ ਲਏਗਾ।
ਉਹਨੇ ਆਪਣੇ ਜਿਹੜਾ ਅਕਾਊਂਟ ਸੀ ਉੱਤੇ ਸਟicker ਲੱਗਾ ਸੀ ਕਾਂਗਰਸ ਦਾ, ਉਹ ਹਟਾਤਾ ਜੀ। ਇਹਦਾ ਮਤਲਬ ਸਭ ਅੱਛਾ ਨਹੀਂ। ਹੂੰ। ਦੂਜੇ ਪਾਸੇ ਡਾਕਟਰ ਰਾਜਕੁਮਾਰ ਵੀਰਕਾ ਨੇ ਵੀ ਚਿੱਠੀ ਲਿਖਤੀ ਹੈ ਸੈਂਟਰਲ ਹਾਈਕਮਾਂਡ ਨੂੰ ਜੀ ਕਿ ਸਿੱਧੂ ਨੂੰ ਰੋਕਿਆ ਜਾਵੇ, ਆਪਣੀ ਪਾਰਟੀ ਦਾ ਬਹੁਤ ਨੁਕਸਾਨ ਕਰ ਰਿਹਾ। ਹੂੰ। ਹਾਲੀ ਕਿ ਹੁਣ ਤੱਕ ਡਾਕਟਰ ਰਾਜਕੁਮਾਰ ਇਹ ਕਹਿੰਦਾ ਆ ਰਿਹਾ ਵੀ ਨਹੀਂ ਸਿੱਧੂ ਸਾਹਿਬ ਨਾਲ ਕੋਈ ਗੱਲ ਨਹੀਂ, ਮੈਂ ਮਿਲ ਕੇ ਆਇਆ ਜੀ, ਮੇਰੇ ਭਰਾ ਨੇ, ਉਹ ਕਾਂਗਰਸੀ ਨੇ, ਕਾਂਗਰਸ ਦੇ ਵਿੱਚ ਨੇ। ਹੂੰ। ਲੇਕਿਨ ਹੁਣ ਜਿਹੜੀ ਚਿੱਠੀ ਲਿਖੀ ਗਈ ਜਾਂ ਲਿਖਵਾਈ ਗਈ ਆ, ਇਹਦੇ ਵਿੱਚ ਵੀ ਕਈ ਪ੍ਰਕਾਰ ਦੇ ਜਿਹੜੇ ਉਹ ਸ਼ੰਕੇ ਪ੍ਰਗਟ ਹੁੰਦੇ ਆ ਜੀ। ਹੁਣ ਜੇ ਉਹਨੇ ਆਪਣੇ ਸਟicker ਹਟਾਤਾ ਤੇ ਇਹਦਾ ਵੀ ਕੋਈ ਕਾਰਨ ਆ। ਹੂੰ। ਇਹਦਾ ਕਾਰਨ ਆਉਣ ਵਾਲੇ ਦਿਨਾਂ ਜਿਵੇਂ ਤੁਹਾਨੂੰ ਪਤਾ ਹੋਏਗਾ ਵੀ ਜੀ ਬੀਬੀ ਨਵਜੋਤ ਕੌਰ ਸਿੱਧੂ ਆ, ਜੀ, ਉਹ ਮੂੰਹ ਫਾਟੇ ਕੋਲ ਉਹ ਗੱਲ ਕਰ ਦੇਗੀ। ਹੂੰ। ਅੱਜ ਤੋਂ 6 ਮਹੀਨੇ ਪਹਿਲਾਂ ਬੀਬੀ ਸਿੱਧੂ ਨੇ ਇੰਨੀ ਗੱਲ ਕਹੀ ਸੀ ਵੀ ਮੈਂ ਕਾਂਗਰਸ ਛੱਡ ਦਿੱਤੀ ਆ। ਜੀ। ਜਦੋਂ ਪੁੱਛਿਆ ਗਿਆ ਸੀ ਸਵਾਲ ਇੱਕੋ ਜਿਹੜੇ ਕਿਸੇ ਰੇਲੇ ਵਾਲੇ ਨਾਲ ਨੂੰ, ਉਹਨੇ ਕਿਹਾ ਜੀ ਮੈਂ ਕਾਂਗਰਸ ਦੇ ਵਿੱਚ ਨਹੀਂ, ਮੈਂ ਕਾਂਗਰਸ ਛੱਡਤੀ ਆ, ਮੈਂ ਇੰਡੀਪੈਂਡੈਂਟ ਆ, ਇੰਡੀਪੈਂਡੈਂਟ ਕੰਮ ਕਰੂੰਗੀ। ਜੀ। ਅੱਜ ਉਹ ਜਿਹੜੀ ਜੱਟ ਕਿਸਾਨ ਜੱਟ ਮਹਾਸਭਾ ਹੈਗੀ ਆ, ਉਹਦਾ ਦਫ਼ਤਰ ਖੋਲੀ ਬੈਠੀ ਸੀ, ਉਹਦਾ ਦਫ਼ਤਰ ਖੋਲੀ ਨਹੀਂ ਬੈਠੀ, ਉਹ ਘਰ ਘਰ ਲੋਕਾਂ ਕੋ ਜਾ ਰਹੀ ਹੈ ਵੀ ਤਕੜੇ ਹੋ ਜਾਓ, ਹੂੰ, ਆਪਾਂ ਜੰਗ ਲੜਨੀ ਹੈ। ਹੂੰ। ਤੇ ਤੁਹਾਨੂੰ ਪਤਾ ਜਿੱਦਾਂ ਕਿਸਾਨਾਂ ਦਾ ਮੋਰਚਾ ਲੱਗਾ, 30-35 ਸੀਟਾਂ ਜਿਹੜੀਆਂ ਕਿਸਾਨਾਂ ਦੇ ਨਾਂ ਤੇ ਪੰਜਾਬ ਦੇ ਜਿਹਨੇ ਵੀ ਉਹਦਾ ਹਾਸਲ ਲੈ ਲਿਆ ਉਹ ਜਿੱਤ ਜਾਏਗਾ ਜੀ। ਇਹੋ ਜਿਹੇ ਹਾਲਾਤ ਬਣ ਰਹੇ ਨੇ। ਹੁਣ ਸਿੱਧੂ ਸਾਹਿਬ ਨੇ ਜੋ ਲੋਗੋ ਦਾ ਹਟਾਤਾ ਵਾ ਕਾਂਗਰਸ ਦਾ, ਇਹਦਾ ਮਤਲਬ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਲਾਨ ਕਰਨ ਵਾਲੇ ਨੇ। ਹੂੰ। ਲੇਕਿਨ ਵੇਟ ਕਰ ਰਹੇ ਨੇ ਉਹ ਬੰਗਾਲ ਦੀ ਚੋਣ ਨੂੰ। ਜੀ। ਬੰਗਾਲ ਦੀ ਚੋਣ ਤੱਕ ਹਾਈ ਕਮਾਂਡ ਨੇ ਰੋਕਿਆ ਉਹਨਾਂ ਨੂੰ ਕਿ ਅਜੇ ਤੁਸੀਂ ਚੁੱਪ ਕਰ ਰਹੋ। ਲੇਕਿਨ ਇਹ ਵੇਖੋ ਦੂਲੋ ਵੀ ਰੌਲਾ ਪਾਉਂਦਾ ਵਾ, ਬਾਜਵਾ ਵੀ ਰੌਲਾ ਪਾਉਂਦਾ ਵਾ, ਸਿੱਧੂ ਤੇ ਜਿਹੜਾ ਉਹ ਅੱਧਾ ਬੰਦੇ ਟੱਪ ਕੇ ਰੌਲਾ ਪਾ ਰਿਹਾ ਕੈਪਟਨ ਦੇ ਖਿਲਾਫ। ਲੇਕਿਨ ਕੈਪਟਨ ਸਾਹਿਬ ਦੇ ਜਿਹੜੇ ਸਲਾਹਕਾਰ ਆ ਉਹ ਵੀ ਲੱਗਦੇ ਉਦਾਂ ਦੀ ਹੈ ਜੀ, ਜਿਨ੍ਹਾਂ ਨੂੰ ਸਲਾਹ ਚਾਹੀਦੀ ਦਿੱਤੀ ਨਹੀਂ ਇਹਨਾਂ ਨੂੰ। ਵੇਖੋ ਬਾਦਲ ਸਾਹਿਬ ਦੇ ਟਾਈਮ ਤੇ ਜਿਹੜਾ ਸਾਡਾ ਜਨਰਲ ਟੌਰਨ ਸੀ ਨਾ, ਉਹ 4 ਕੇਸ ਹਰ ਗਿਆ ਜੀ। ਸਾਰੇ ਕਾਲੀਏ ਇਕੱਠੇ ਹੋ ਗਏ, ਬਾਦਲ ਸਾਹਿਬ ਬਦਲੋ ਇਹਨੂੰ, ਬਦਲੋ ਬਦਲੋ ਬਦਲੋ, ਆਂਦਾ ਚੱਲ ਯਾਰ ਹਰ ਗਿਆ ਤਾਂ ਆਪੇ ਸੁਪਰੀਮ ਕੋਰਟ ਦਾ ਕੇਸ ਜਿੱਤ ਜੂਗਾ। ਪਰ ਇਹ ਵਫਾਦਾਰ ਬਹੁਤ ਆ, ਇਹਦੀ ਵਫਾਦਾਰੀ ਦਾ ਮੁੱਲ ਆ। ਉਹੀ ਹਾਲ ਕੈਪਟਨ ਸਾਹਿਬ ਨੂੰ ਕਹਿੰਦੇ ਵੀ ਅਤਲ ਲੰਦਾ ਭਾਵੇਂ ਜੋ ਮਰਜ਼ੀ ਹੋ ਜੇ, ਕੇਸ ਹਰ ਗਿਆ ਕੋਈ ਗੱਲ ਨਹੀਂ, ਲੇਕਿਨ ਵਫਾਦਾਰ ਬਹੁਤ ਆ ਜੀ। ਵਫਾਦਾਰੀ ਇੱਥੋਂ ਤੱਕ ਕੀਤੀ ਵੀ ਜਦੋਂ ਕੈਪਟਨ ਸਾਹਿਬ ਨੇ ਉਹਨੂੰ ਕਹਿ ਦਿੱਤਾ, ਜੋ ਕੁਮਰੀ ਪ੍ਰਤਾਪ ਨੇ ਕਿਹਾ ਭਾਈ ਤੁਸੀਂ ਪੇਸ਼ ਹੋ ਜਾ ਕੇ ਅਦਾਲਤ ਵਿੱਚ ਤਰੀਕ ਅੱਜ, ਕਿਉਂ ਨਹੀਂ ਗਿਆ, ਕਿਉਂ ਮੈਡੀਕਲ ਛੁੱਟੀ ਲੈ ਲਈ ਜੀ। ਅੱਜ ਤੱਕ ਜਿੰਨੀਆਂ ਤਰੀਕਾਂ ਪਈਆਂ ਉਹ ਬਿਲਕੁਲ ਆਪ ਪੇਸ਼ ਨਹੀਂ ਹੋਇਆ। ਇਹਦਾ ਮਤਲਬ ਪਹਿਲਾਂ ਇੱਕ ਪ੍ਰੋਗਰਾਮ ਸੀ ਇਹਨਾਂ ਦਾ ਵੀ ਆਪਾਂ ਇਹ ਕੰਮ ਕਰਨਾ। ਹੁਕੂਮਤ ਤੇ ਵੀ ਕਹਿੰਦਾ ਵੀ ਜਦੋਂ ਉਹਨਾਂ ਨੇ ਸਾਡੀ ਜਿਹੜੀ ਸਿੱਟ ਰੱਦ ਕਰ ਦਿੱਤੀ, ਮੈਨੂੰ ਹਟਾ ਦਿੱਤਾ ਗਿਆ, ਉਹਨਾਂ ਇੰਨੀ ਗੱਲ ਕਹਿ ਦੇਣਾ ਸੀ ਸਰਕਾਰੀ ਵੀ ਜਿਹੜਾ ਕੰਮ ਚਾਹੁੰਦੇ ਹੋ ਗਿਆ। ਜੇ ਇਹ ਗੱਲ ਹੋਈ ਆ ਤੇ ਫਿਰ ਕਿਤੇ ਨਾ ਕਿਤੇ ਸਰਕਾਰ ਦੀ ਤੇ ਅਕਾਲੀਆਂ ਦੀ ਕਿਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੈਗੀ ਜੀ। ਤੇ ਅੱਛਾ ਨਹੀਂ ਬੱਚੇ ਜੇ ਗੱਲ ਇਹ ਵੀ ਆਈ ਜਾਂਦੀ ਹੈ ਵੀ ਸਿੱਧੂ ਇਸ ਕਰਕੇ ਗਰਮ ਹੋਇਆ ਬੈਠਾ ਕਿ ਵਿਜੀਲੈਂਸ ਦੀ ਰੇਡ ਜਿਹੜੀ ਇੰਪਰੂਵਮੈਂਟ ਵਾਸਤੇ ਪਈ ਹੈ ਤੇ ਸਿੱਧੂ ਦੇ ਟਾਈਮ ਦੀਆਂ ਫਾਈਲਾਂ ਮੰਗ ਲਈਆਂ। ਮਾਣਾ ਵੀ ਅੱਜ ਬੜਾ ਰੌਲਾ ਪਾਈ ਜਾਂਦਾ ਸੀਗਾ ਉੱਥੇ। ਵੇਖੋ ਮਾਣੇ ਨੂੰ ਤੇ ਐਵੇਂ ਬੇਵਕੂਫੀ ਉਹਦੀ ਵੀ ਤੇਰੇ ਤੋਂ ਲੱਗ ਕੇ ਭੱਜੂਗੀ, ਵਿਜੀਲੈਂਸ ਦੀ ਤੇਰੇ ਤੋਂ ਲੱਗ ਕੇ ਭੱਜੂਗੀ। ਆਂਦੇ ਹੁੰਦੇ ਨਾ ਵੀ ਜਿਹੜੀ ਛੱਜ ਤੇ ਬੋਲੇ ਛਾਨਣੀ ਕੇ ਬੋਲੇ, ਜੇ ਕਿੰਨੇ ਸ਼ੇਕ ਹੈਗੇ, ਜੇ ਉਹਦੀਆਂ ਫਾਈਲਾਂ ਖੁੱਲ ਗਈਆਂ ਨਾ ਫਿਰ ਪਤਾ ਨਹੀਂ ਲੱਭਣੇ ਇਹਨਾਂ ਦੇ ਬੰਦੇ ਨੂੰ। ਅਜੇ ਤੇ ਕੈਪਟਨ ਦਾ ਉਹਨੂੰ ਥਾਪੜਾ ਆ ਗਿਆ ਵੀ ਤੂੰ ਰੌਲਾ ਪਾਈ ਜਾ, ਕੋਈ ਗੱਲ ਨਹੀਂ। ਜਿੱਦਣ ਕਿਤੇ ਕੋਈ ਹੋਰ ਆ ਗਿਆ ਮੁੜ ਕੇ ਜਾਣ ਪੁੱਛੂਗਾ ਨਹੀਂ, ਪੁੱਛੂਗਾ ਤੇ ਜੇ ਫਾਈਲ ਖੁੱਲ ਗਈ ਤੇ ਮੁੜ ਕੇ ਲੱਭਣੇ ਨਹੀਂ ਕਿਤੇ। ਹੁਣ ਸਿੱਧੂ ਦਾ ਇਹਨਾਂ ਕੀ ਕੀਤਾ ਵੀ ਜਿਹੜੀ ਆ ਉਸ ਟਾਈਮ ਦੀਆਂ ਫਾਈਲਾਂ, ਜਦੋਂ ਇਹ ਮੰਤਰੀ ਸੀਗਾ ਜੀ, ਲੋਕਲ ਬਾਡੀ ਮੰਤਰੀ ਸੀਗਾ, ਉਹ ਫਾਈਲਾਂ ਇਹਨਾਂ ਕਢਾਈਆਂ ਨੇ, ਇੰਪਰੂਵਮੈਂਟ ਟੈਸਟ ਦੇ ਵਿੱਚੋਂ ਭਾਈ ਇਹਦੀਆਂ ਫਾਈਲਾਂ ਕੱਢੋ, ਵੇਖੋ ਕੀ ਆ ਕੀ ਨਹੀਂ। ਇਹਦੇ ਵਿੱਚ ਉਹਨਾਂ ਨੇ 2019 ਦੀ ਲੋਕ ਸਭਾ ਚੋਣ ਦੇ ਪ੍ਰਚਾਰ ਸਿੱਧੂ ਦੀਆਂ ਫਾਈਲਾਂ ਸੀ ਉਹ ਕਢਾਈਆਂ ਜੀ। ਉਹਦੇ ਵਿੱਚ ਇਹਨਾਂ ਨੇ ਇੱਕ ਦਿੱਤਾ ਸੀ 30,57,000 ਦਾ ਇੱਕ ਠੇਕਾ ਦਿੱਤਾ ਸੀ ਕਿਸੇ ਨੂੰ, ਆਪਣੇ ਬੰਦੇ ਨੂੰ ਜੀ। ਇਹ ਕਹਿੰਦੇ ਵੀ ਇਹਦੀ ਇਜਾਜ਼ਤ ਪਹਿਲਾਂ ਨਹੀਂ ਲਈ ਗਈ, ਇਹਦੀ ਫਾਰਮੈਲਿਟੀ ਪਹਿਲਾਂ ਪੂਰੀ ਨਹੀਂ ਕੀਤੀਆਂ ਗਈਆਂ ਜੀ। ਉੱਥੇ ਜਿਹੜੀ ਆਈ ਆ ਵਿਜੀਲੈਂਸ ਦੀ ਟੀਮ ਆਈ ਆ ਵੀ ਇਹ ਫਾਈਲਾਂ ਦਿਓ, ਟਰੱਸਟ ਨਾਲ ਗੱਲਬਾਤ ਕੀਤੀ, ਟਰੱਸਟ ਵਾਲਿਆਂ ਨੇ ਭਾਜੀ ਇਹ ਫਾਈਲਾਂ ਤੁਹਾਡੇ ਕੋਲ ਪਹਿਲਾਂ ਹੀ ਪਹੁੰਚ ਚੁੱਕੀਆਂ ਵਾ, ਪਹਿਲਾਂ ਲੈ ਕੇ ਤੁਸੀਂ ਹੱਥ ਚੁੱਕ ਕੇ। ਵਿਜੀਲੈਂਸ ਨੂੰ ਇਹ ਨਹੀਂ ਪਤਾ ਵੀ ਸਾਡੇ ਦਫ਼ਤਰ 'ਚ ਫਾਈਲਾਂ ਪਈਆਂ ਨੇ ਜੀ, ਕੀ ਕਰ ਲੋਗੇ ਤੁਸੀਂ? 30 ਲੱਖ ਦੀ ਕੀ ਗੱਲ, 30 ਲੱਖ ਰੁਪਏ ਮੇਰੇ ਕੋਲ ਚੁੱਕੋ ਤੁਸੀਂ ਪਾਛੋ, ਜਿਹੋ ਜਿਹਾ ਬੰਦਾ। ਇਸ ਕਰਕੇ ਉਹਨੂੰ ਜੇ ਤੰਗ ਪਰੇਸ਼ਾਨ ਕਰਨਗੇ ਤੇ ਉਹਦੇ ਸਿੱਟੇ ਬਦ ਚੰਗੇ ਨਹੀਂ ਨਿਕਲਣੇ, ਉਹ ਕੜਤਲ ਵਧੇਗੀ। ਕੱਲ ਨੂੰ ਫਿਰ MLA ਹੋਰ ਵੀ ਬੋਲਣਗੇ ਕੈਪਟਨ ਦੇ ਖਿਲਾਫ
ਜੇ ਉਹ ਬੋਲ ਪਏ ਤੇ ਫਿਰ ਨੁਕਸਾਨ ਕਾਂਗਰਸ ਦਾ ਹੋਣਾ ਹੀ ਹੋਣਾ ਵਾ, ਨਾਲ ਕੈਪਟਨ ਦਾ ਆਪਣਾ ਵੀ ਹੋਏਗਾ। ਪਰ ਪੰਜਾਬ ਵਾਲੇ ਵਿਚਾਰੇ ਮੂੰਹ ਤਾਂ ਚੱਕ ਕੇ ਦੇਖੀ ਜਾਂਦੇ ਆ ਵੀ ਹੁਣ ਤਾਂ ਕੰਮ ਤਾਂ ਹੋ ਗਿਆ ਤੇ ਪਾਰਟੀ ਕੋਈ ਨਵੀਂ ਦੀਂਦੀ ਨਹੀਂ। ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। 605 ਚ ਪਿਆ ਖੜਾ ਪੰਜਾਬ। ਸੋ ਤੁਸੀਂ ਕਾਲਸ ਵੀ ਕਰ ਸਕਦੇ ਹੋ ਜੀ 92 164 10 666 ਤੇ 98 149 10 666 ਦੇ ਉੱਤੇ। ਕੀ ਹੱਲ ਹੋ ਸਕਦਾ ਪੰਜਾਬ ਦੇ ਵਿੱਚ, ਕੀ ਸਥਿਤੀ ਪੈਦਾ ਹੋਊਗੀ, ਇਹਦੇ ਬਾਰੇ ਮੌਜੂਦਾ ਸਥਿਤੀ ਦੇ ਉੱਤੇ ਅੱਜ ਤੁਹਾਡੀਆਂ ਕਾਲਸ ਅਸੀਂ ਜ਼ਰੂਰ ਲਵਾਂਗੇ, ਖੁੱਲ੍ਹ ਕੇ ਤੁਹਾਡੇ ਨਾਲ ਗੱਲਾਂ ਕਰਾਂਗੇ, ਸਮਾਂ ਲਵਾਂਗੇ ਅੱਜ ਗੱਲ। ਹਾਂਜੀ ਭੱਟੀ ਸਾਹਿਬ ਜੀ। ਜੀ ਹਾਂ, ਸਿੱਧੂ ਸਾਹਿਬ ਨੇ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਲਿਸਟ ਦਿੱਤੀ ਸੀ ਰਾਜੇ ਰਾਹੁਲ ਗਾਂਧੀ ਨੂੰ ਵੀ ਆਹ 40 MLA ਮੇਰੀ ਸਪੋਰਟ ਤੇ ਨੇ ਜੀ। ਜੇ 40 ਮਤਲਬ ਅੱਧੇ MLA ਸਪੋਰਟ ਤੇ ਆ ਕਿ ਬਾਕੀ ਰਹਿ ਕੀ ਗਿਆ? ਬਾਕੀ ਕੁਝ ਨਹੀਂ ਰਹਿ ਗਿਆ ਜੀ। ਹਾਂ, ਇਸੇ ਕਰਕੇ ਰਾਹੁਲ ਗਾਂਧੀ ਦਾ ਮਈ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਲਗਭਗ ਬਣਨਾ ਤੈਅ ਆ। ਜਦੋਂ ਉਹ ਪ੍ਰਧਾਨ ਬਣ ਗਿਆ ਤੇ ਫਿਰ ਤੇਜ਼ੀ ਆਏਗੀ ਪੂਰੀ ਇੱਥੇ ਹੀ। ਮੈਨੂੰ ਇੰਝ ਲੱਗਦਾ ਵੀ ਸ਼ਾਇਦ ਸਿੱਧੂ ਇਹਦੇ ਵਿੱਚ ਰਹਿ ਕੇ ਜੰਗ ਲੜੇ ਜੀ। ਸਿੱਧੂ ਦੀ ਟਿਕਟਾਂ ਦੇ 30-35 ਤੂੰ ਵਾਲਾ ਕੁਝ ਕੈਪਟਨ ਵਾਲਾ ਤੁਸੀਂ ਕਾਪੂ। ਪਰ ਸਿੱਧੂ ਕੋਲ ਗਰੁੱਪ ਵੀ ਤਾਂ ਹੈ ਨਹੀਂ ਨਾ, ਹਾਲ ਦੀ ਘੜੀ ਤੋਂ ਮਰਜ਼ੀ ਕਹੀ ਚੱਲੋ, ਨਜ਼ਰ ਨਹੀਂ ਆਉਂਦਾ ਸਿੱਧੂ ਦਾ ਗਰੁੱਪ। ਦੇਖੋ ਜੀ, ਸਿੱਧੂ ਦੇ ਨਾਲ ਗਰੁੱਪ ਬਣਨ ਲੱਗਾ ਟਾਈਮ ਲੱਗਣਾ, ਮਿੰਟੋ ਮਿੰਟੀ ਬਣ ਜਾਣਾ। ਸਿੱਧੂ ਦਾ ਜੋ ਨਾਂ ਹੈਗਾ ਤੇ ਜਿਹੜੇ ਲੋਕ ਹੁੰਦੇ ਸਿਆਸੀ ਜਿਹੜੇ ਲੋਕ ਹੁੰਦੇ ਆ, ਇਹ ਸਿਆਸੀ ਮੌਸਮ ਵਿਗਿਆਨੀ ਹੁੰਦੇ ਆ, ਮਿੰਟੋ ਮਿੰਟੀ ਵੇਖ ਲੈਂਦੇ ਮੌਸਮ ਕਿਹਦੇ ਹੱਕ ਚ ਜੀ। ਅੱਜ ਦੀ ਡੇਟ 'ਚ ਵੇਖੋ ਨਾ, ਬੰਗਾਲ 'ਚ ਨਾ ਵੇਖਿਆ ਜੀ, ਜੇ ਗੱਲ ਚੱਲਦੀ ਆ ਉਹਦੀ ਆਪਣੀ ਦੀ BJP ਦੀ ਚੱਲਦੀ ਆ, ਸੈਂਟਰ ਸਰਕਾਰ ਉਹਨਾਂ ਦੀ ਹੈਗੀ ਆ ਜੀ, ਤੇ 40 ਸਾਬਕਾ ਤੇ ਮੌਜੂਦਾ ਵਿਧਾਇਕ ਮਮਤਾ ਨੂੰ ਛੱਡ ਕੇ ਚਲੇ ਗਏ, ਜਿਨ੍ਹਾਂ 10 ਸਾਲ ਪੂਰੇ ਲਹਿਰੇ ਲਏ ਸਰਕਾਰ ਦੇ ਵਿੱਚ। 294 ਚੋਂ 148 ਬੰਦੇ ਵੱਖ-ਵੱਖ ਪਾਰਟੀਆਂ ਤੋਂ ਫੜ ਕੇ ਖੜੇ ਕੀਤੇ BJP ਜੀ। ਮੰਗਵੇਂ, ਸਾਰੇ ਮੰਗਵੇਂ ਕਹਿਣ ਤੋਂ ਭਾਵ ਮੰਗਵੇਂ। ਇਸ ਕਰਕੇ ਜਿਹੜੇ ਸਿਆਸੀ ਲੋਕ ਹੁੰਦੇ ਉਹ ਸਿਆਸੀ ਮੌਸਮ ਵਿਗਿਆਨੀ ਵੀ ਹੁੰਦੇ ਆ। ਹਾਂ ਬਿਲਕੁਲ, ਆਪਣਾ ਸੀਗਾ ਹੀ। ਮੌਸਮ ਦੇਖ ਲੈਂਦੇ ਕਿਹੜੇ ਪਾਸੇ ਦਾ ਕਿੱਦਾਂ ਦਾ ਮੌਸਮ, ਜਿੱਧਰ ਮੌਸਮ ਹੋਵੇ ਉਸ ਪਾਸੇ ਤੁਰ ਪੈਂਦੇ ਆ। ਮਤਲਬ ਇਹ ਉਹ ਇੱਕ ਹੁੰਦਾ ਵਾ ਬੋੜ, ਇੱਕ ਹੁੰਦਾ ਬੂਝਾ ਜੀ। ਜਦੋਂ ਕਿਤੇ ਤੂਫਾਨ ਆਉਂਦਾ ਤੇ ਬੋੜ ਅੜਦਾ ਜੀ, ਜਦੋਂ ਪੁੱਟਿਆ ਜਾਂਦਾ ਉਹਦੀ ਆਵਾਜ਼ ਆਉਂਦੀ, ਫਿਰ ਡਿੱਗਦਾ ਜੋਠਾ। ਸਾਰਾ ਪਿੰਡ ਕਹਿੰਦਾ ਲੈ ਬੋੜ ਡਿੱਗ ਪਿਆ। ਪਹਿਲੀ ਕਹਿੰਦੇ ਡਿੱਗਦਾ ਹੀ ਨਹੀਂ ਉਹ ਜੀ, ਮਾੜੇ ਮੋਟੇ ਤੂਫਾਨ ਨਾਲ। ਜਿਹੜੇ ਬੂਝੇ ਹੁੰਦੇ ਆ, ਜਦੋਂ ਉਹ ਆਉਂਦਾ ਤੇ ਉਹ ਬੂਝੇ ਠਾਂ ਲਿਫ ਜਾਂਦੇ ਆ, ਤੂਫਾਨ ਜਦੋਂ ਫਿਰ ਖੜੇ ਹੋ ਜਾਂਦੇ ਆ। ਆਪਣੇ ਬੜਾ ਹੁਣ ਕੱਲ ਦਾ ਤੂਫਾਨ ਸਵੇਰੇ ਮਸਾ ਠੱਲਿਆ ਜੀ, 9-9:30 ਵਜੇ ਤੱਕ ਹਨੇਰੀ ਪੂਰੀ ਚੱਲੀ ਗਈ ਹੈ ਜੀ 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 ਜੀ। ਆਹ ਚੀਜ਼ਾਂ ਨੇ ਦੱਸੋ ਹੈ। ਇਹ ਤੂਫਾਨ ਰੱਬ ਵੀ ਹੋਇਆ ਪਿਆ, ਮੌਸਮ ਦੀ ਬਦਮਿਜਾਜੀ, ਉਧਰ ਕਿਸਾਨ ਰੁਲੀ ਜਾਂਦਾ, ਮੰਡੀਆਂ 'ਚ ਬੁਰਾ ਹਾਲ ਹੋਇਆ ਪਿਆ, ਪਾਣੀ ਦੇ ਵਿੱਚ ਡੁੱਬੀਆਂ ਪਈਆਂ ਨੇ ਕਣਕਾਂ। ਤੇ ਕਰੋਨਾ ਨਾਲ ਬੁਰਾ ਹਾਲ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੇ ਵਾਹਵਾ ਸ਼ੁਕਰ ਅੱਜ ਦਿਨ ਕੱਢ ਲਿਆ ਹੈ ਜੀ, ਨਹੀਂ ਤਾਂ ਉਹਨਾਂ ਕੋਲ ਵੀ ਟਾਈਮ ਨਹੀਂ ਹੁੰਦਾ ਸੀ। ਬਸ ਜੀ, ਉਹ ਜਦੋਂ ਸੁਪਰੀਮ ਕੋਰਟ ਹੈ ਤੇ ਜਿਹੜੀ 6 ਹਾਈ ਕੋਰਟਾਂ ਨੇ ਆਪਣੀ ਸਟੇਟਾਂ ਦੀ ਪੂਰੀ ਲਾਹ ਪਾ ਕੇ, ਤੁਸੀਂ ਕਰਨ ਕੀ ਟਾਈਮ ਕੰਬਰ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ। ਸੁਪਰੀਮ ਕੋਰਟ ਨੇ ਕਿਹਾ ਜਿੱਥੋਂ ਮਰਜ਼ੀ ਆਕਸੀਜਨ ਪੈਦਾ ਕਰੋ, ਸਭ ਨਹੀਂ ਪਤਾ ਆਕਸੀਜਨ ਬਚਾਓ ਹਸਪਤਾਲਾਂ ਵਿੱਚ, ਕਿਉਂ ਨਹੀਂ ਕਰਦੇ ਤੁਸੀਂ? ਉਹ ਇੱਕ ਟਰੱਕ ਜਾਂ ਰੇਲ ਗੱਡੀ ਤੇ ਚੜਾਤਾ, ਉਹਦੀਆਂ ਫੋਟੋਆਂ ਸ਼ੇਅਰ ਕਰੀ ਜਾਂਦੇ, ਕਹਿੰਦੇ ਇਹ ਕਿ ਆਕਸੀਜਨ ਐਕਸਪ੍ਰੈਸ ਚਲਾਤੀ। ਨਹੀਂ, ਐਕਚੁਅਲੀ ਬੇਸਿਕਲੀ ਉਹ ਟਰੱਕ ਜਿਹੜਾ ਬਰੇਲੀ ਦਾ ਅੱਗੇ ਜੀ, ਉਹ ਜਿਹੜੇ ਸੀ ਡਰਾਈਵਰ ਤੇ ਕੋ ਡਰਾਈਵਰ, ਉਹ ਤੇ ਕਹਿੰਦੇ ਵੀ ਸਿਗਨਲ ਸਾਨੂੰ ਸਹੀ ਨਹੀਂ ਦੱਸਿਆ ਜੀ। ਨਹੀਂ ਉਹ ਨਹੀਂ ਜੀ, ਉਹ ਨਹੀਂ, ਉਹ ਤੁਸੀਂ ਰੇਲ ਗੱਡੀ ਦੀ ਹੋਰ ਦੀ ਗੱਲ ਕਰ ਰਹੇ ਹੋ। ਇੱਕ ਟਰੱਕ ਚੜਾਏ ਦੀ ਵੀਡੀਓ ਆ ਰਹੀ ਹੈ ਰੇਲ ਗੱਡੀ ਦੇ ਉੱਤੇ, ਉਹ ਚੜਿਆ ਹੋਇਆ, ਉਹ ਕਰੀ ਜਾਂਦੇ ਆ। ਇਹ ਤਾਂ ਤੁਸੀਂ ਐਕਸੀਡੈਂਟ ਦੀ ਗੱਲ ਕਰ ਰਹੇ ਹੋਗੇ ਨਾ? ਹਾਂਜੀ ਹਾਂਜੀ, ਅੱਛਾ ਠੀਕ। ਹਾਂ, ਤੁਸੀਂ ਐਕਸੀਡੈਂਟ ਤੇ ਆ ਗਏ ਹੈ ਜੀ। ਇਹ ਐਕਸੀਡੈਂਟ ਕਿੱਥੇ ਹੋਇਆ, ਚਲੋ ਇਹਦੀ ਗੱਲ ਵੀ ਦੱਸ ਦਿਓ ਫਿਰ ਆਪਾਂ। ਬਰੇਲੀ ਚ ਹੋਇਆ ਜੀ, ਬਰੇਲੀ ਲਾਗੇ ਕਿਤੇ ਜਾ ਰਹੀ ਸੀ, ਮੈਂ ਕਿਹਾ ਚੰਡੀਗੜ੍ਹ ਤੋਂ ਟ੍ਰੇਨ ਜਾ ਰਹੀ ਸੀ ਐਕਸਪ੍ਰੈਸ ਕੋਈ ਉਧਰ। ਉਹ ਜਿਹੜੀ ਟ੍ਰੇਨ ਸੀ ਉਹ ਰਸਤੇ ਦੇ ਵਿੱਚ ਗਈ ਜਦੋਂ, ਤੇ ਹੁਣ ਇੰਝ ਲੱਗਦਾ ਵੀ ਜਿਵੇਂ ਉਹ ਡਰਾਈਵਰ ਤੇ ਕੋ ਡਰਾਈਵਰ ਦੀ ਕਿਤੇ ਅੱਖ ਲੱਗੀ। ਅੱਛਾ, ਦੋ ਜਣਿਆਂ ਦੀ ਕੱਟੀ। ਹਾਂ, ਸਿਗਨਲ ਵੇਖਿਆ ਨਹੀਂ। ਉਹ ਤੇ ਕਹਿੰਦੇ ਵੀ ਸਿਗਨਲ ਬੜਾ ਮੱਧਮ ਜਿਹਾ ਸੀ ਤੇ ਅਸੀਂ ਕਿਹਾ ਡਾਊਨ ਆ, ਤੇ ਅਸੀਂ ਗੱਡੀ ਲੰਘਾਤੀ ਆ। ਅੱਗੇ ਜਿਹੜਾ ਸੀ ਉਹ ਫਾਟਕ ਬੰਦ ਸੀ ਹੋਇਆ। ਅੱਛਾ ਜੀ। ਉਹਦੇ ਵਿੱਚ 2 ਟਰੱਕ ਤੇ 4 ਜਿਹੜੇ ਮੋਟਰਸਾਈਕਲ ਲਪੇਟ ਚ ਆ ਗਏ, ਕਿਉਂਕਿ ਦੂਜੇ ਪਾਸੇ ਪੁਲ ਬਣਦਾ ਸੀ ਤੇ ਉੱਥੇ ਰਸ਼ ਵੀ ਜ਼ਿਆਦਾ ਸੀਗਾ। ਲੇਕਿਨ ਫਿਰ ਵੀ ਸਵੇਰ ਦਾ ਟਾਈਮ ਕਰਕੇ ਬਚਾ ਗਏ, ਤੇ ਬੰਦੇ ਜ਼ਿਆਦਾ ਮਰ ਸਕਦੇ ਸੀ, ਤੇ ਮੌਤਾਂ ਵੀ 2-3 ਹੋ ਗਈਆਂ ਜੀ ਜੀ। ਇਸ ਕਰਕੇ ਉਹ ਜਿਹੜੀ ਉਹ ਕਹਿੰਦੇ ਜੀ ਉਹ ਸਸਪੈਂਡ ਕਰ ਦਿੱਤੇ ਆ। ਕੀ ਉਹ ਸਸਪੈਂਡ ਕਰਨ ਨੂੰ ਬੰਦੇ ਵਾਪਸ ਆ ਜਾਣਗੇ? ਨਾ। ਤੇ ਅੱਛਾ, ਉਧਰ ਤੁਸੀਂ ਇਹ ਗੱਡੀ ਦੀ ਗੱਲ ਕੀਤੀ, ਉਧਰ ਕਿਸਾਨਾਂ ਨੇ ਭਰਤਿੰਦਰ ਚਹਿਲ ਦੀ ਗੱਡੀ ਘੇਰ ਲਈ। ਉਹ ਤਾਂ ਫਸ ਗਿਆ ਜੀ। ਅੱਛਾ, ਕਿਵੇਂ?
ਉਹ ਬੈਠੇ ਸੀ ਕਿਤੇ ਕਿਸਾਨ ਧਰਨਾ ਲਾ ਕੇ ਸੜਕ ਦੇ ਉੱਤੇ, ਸਰਹੰਦ ਪਟਿਆਲਾ ਰੋਡ ਦੇ ਉੱਤੇ। ਉਹਦਾ ਉਧਰ ਮੈਰਿਜ ਪੈਲੇਸ ਵੀ ਹੈ ਨਾ ਸਰਹੰਦ ਪਟਿਆਲਾ ਉਧਰ ਕੁਦਰਤੀ ਆ ਗਿਆ। ਉਹਦੇ ਸਾਨੂੰ ਕਿਸੇ ਨੇ ਕੀ ਕਹਿਣਾ, ਅਸੀਂ ਕਿਹੜਾ ਮਾੜਾ ਕੰਮ ਕੀਤਾ। ਉਹਨਾਂ ਘੇਰ ਲਿਆ ਵੀ ਦੱਸ ਤੂੰ ਵੱਡਾ ਵਡਵਾਈਏ ਬਣਿਆ ਫਿਰਦਾ ਮੁੱਖ ਮੰਤਰੀ ਦਾ, ਸਾਨੂੰ ਬਾਦਲ ਕੋ ਨਹੀਂ ਮਿਲਦਾ ਵੀ। ਦੱਸ ਗੱਲ ਸਿਆਣੀ ਹੈ, ਗੱਲ ਕਰ ਤੂੰ ਸਾਡੇ ਨਾਲ ਇੱਥੇ, ਤੂੰ ਸਾਡੀ ਕੋਈ ਕਣਕ ਪਰਚੇਜ ਨਹੀਂ ਹੋ ਰਹੀ, ਬਾਦਲ ਸਾਡੇ ਕੋਲ ਨਹੀਂ ਆ ਰਿਹਾ, ਤੁਹਾਡੀ ਸਰਕਾਰ ਕਾਹਦੀ ਆ। ਤੇ ਉਹਨੇ ਵਿਚਾਰੇ ਹੱਥ ਉੱਤੇ ਜੋੜ ਕੇ ਕਿਸਾਨਾਂ ਦੀ ਜਿਹੜੀ ਜਾਨ ਛਡਾਈ, ਅੱਧਾ ਪੌਣਾ ਘੰਟਾ ਉਹਦੀ ਕਾਫੀ ਉਹਨਾਂ ਨੇ ਕਹਿੰਦੇ 3-4 ਘੰਟੇ ਘੇਰੀ ਰੱਖਿਆ ਕਹਿੰਦੇ। ਹਾਂਜੀ ਕਹਿੰਦੇ 3-4 ਲਿਖਣਾ ਇੱਕ ਘੰਟਾ ਘੇਰੇ ਬਸ ਨੇ ਘੰਟਾ ਉਹ ਹੱਥ ਜੋੜੀ ਗਿਆ ਵਿਚਾਰਾ। ਦਾਨੇ ਵਾਲੀ ਸਾਹਿਬ ਜਿੰਨਾ ਇਹ 2 ਜਾਂ 4 2 ਤੋਂ ਲੈ ਕੇ 7 ਤੱਕ ਸਰਗਰਮ ਰਿਹਾ ਨਾ, ਐਤਕੀ ਉਹਦੀ ਸਰਗਰਮੀ ਵਿਖਾਈ ਨਹੀਂ ਇਹਨੇ। ਸਰਗਰਮੀ ਹੋਰ ਪਾਸੇ ਹੈ ਨਾ ਜੀ, ਅੰਦਰ ਖਾਤੇ ਕੰਮ ਹੋਰ ਬੜੇ ਹੁੰਦੇ ਨੇ। ਐਡਵਾਈਜ਼ਰਾਂ ਦੇ ਸਾਹਮਣੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਚੀਜ਼ ਸਾਹਮਣੇ ਆਓ। ਨਹੀਂ ਉਦੋਂ ਤਾਂ ਬੜਾ ਸਾਹਮਣੇ ਹਰ ਗੱਲ, ਉਹ ਤਾਂ ਹੋਰ ਚੀਜ਼ ਸੀ ਨਾ ਜੀ। ਉਦੋਂ ਤਾਂ ਫਿਰ ਜਿਵੇਂ ਸਿੱਧੀ ਗੱਲ ਆਖੀ ਸੈਕੰਡ ਹੈਂਡ ਕਮਾਂਡ ਹੀ ਸੀ। ਸੁਪਰ ਸੀਮ ਕਹਿੰਦਾ ਆਪਣੇ ਨੂੰ, ਸੁਪਰ ਸੀਐਮ ਸੀ ਉਦੋਂ ਤਾਂ। ਉਹ ਗੱਲਾਂ ਤਾਂ ਹੋਰ ਸੀਗੀਆਂ ਹਾਂਜੀ। ਤੇ ਬੰਗਾਲ ਦੇ ਵਿੱਚ ਕਹਿੰਦੇ ਸੋਨੀਆ ਨੇ ਟੱਲੀ, ਆਪਣੇ ਮਮਤਾ ਨੇ ਟੱਲੀ ਖੜਕਾ ਲਈ ਹੈ ਸੋਨੀਆ ਨਾਲ। ਕੀ ਗੱਲ ਬਣਦੀ ਹੈ ਵੀ ਇਕੱਠੇ ਹੋ ਜਾਈਏ? ਜਿਹੜੀ ਬੰਗਾਲ ਹੈ ਨਾ, ਬੰਗਾਲ ਦੇ ਵਿੱਚ ਇਹਨਾਂ ਨੇ ਉੱਥੇ ਜਿਹੜੇ ਐਗਜ਼ਿਟ ਪੋਲ ਵਾਲੇ ਉਹਨਾਂ ਨੇ ਇਹਨੂੰ 21 ਜ਼ੋਨ ਚ ਵੰਡਿਆ ਜੀ। 21 ਜ਼ੋਨ ਦੇ ਵਿੱਚ ਜਿਹੜੀ ਉੱਥੇ ਬਨੂੜਾ ਹੈਗੀ, ਉੱਥੇ 12 ਸੀਟਾਂ ਤੇ ਟੀਐਮਸੀ ਨੂੰ ਇਹ 4 ਦਿੰਦੇ ਆ ਤੇ ਜਿਹੜੀ ਬੀਜੇਪੀ ਨੂੰ 5 ਦਿੰਦੇ ਆ। ਜਿਹੜੀ ਉੱਥੇ ਉੱਤਰ ਦਿਨਾਜਪੁਰ ਆ, ਉੱਥੇ 9 ਸੀਟਾਂ ਤੇ ਉੱਥੇ 4 ਟੀਐਮਸੀ ਨੂੰ ਦਿੰਦੇ ਤੇ 4 ਹੀ ਦਿੰਦੇ ਬੀਜੇਪੀ ਨੂੰ, 1 ਸੀਪੀਐਮ ਨੂੰ ਦਿੰਦੇ ਆ ਜੀ। ਕੂਚ ਵਿਹਾਰ ਚ 9 ਸੀਟਾਂ ਉਹ 3 ਟੀਐਮਸੀ ਦਿੰਦੇ ਆ, 6 ਬੀਜੇਪੀ ਨੂੰ ਦਿੰਦੇ ਆ। ਜਿਹੜੀ ਕੋਲਕਾਤਾ ਵਾ ਉੱਥੇ 11 ਸੀਟਾਂ ਵਾ, ਉਹਦੇ ਵਿੱਚੋਂ 7 ਸੀਟਾਂ ਟੀਐਮਸੀ ਨੂੰ ਦੇ ਰਹੇ ਆ ਤੇ 4 ਸੀਟਾਂ ਬੀਜੇਪੀ ਨੂੰ ਦੇ ਰਹੇ ਆ ਜੀ। ਜਲਪਾਈ ਗੁੜੀ ਦੇ ਵਿੱਚ ਜੀ 11 ਸੀਟਾਂ, ਉਹਦੇ 7 ਸੀਟਾਂ ਦੇ ਰਹੇ ਨੇ ਮਮਤਾ ਨੂੰ ਦੇ ਰਹੇ, 4 ਸੀਟਾਂ ਬੀਜੇਪੀ ਨੂੰ ਦੇ ਰਹੇ ਨੇ ਜੀ। ਜਿਹੜੀ ਤੁਹਾਡੀ ਹੈਗੀ ਆ ਆਪਣੇ ਜਲਪਾਈ ਗੁੜੀ ਜੀ, ਇਹਦੇ 7 ਸੀਟਾਂ ਵਾ, 3 ਸੀਟਾਂ ਜਿਹੜੀਆਂ ਉਹ ਦਿੰਦੇ ਟੀਐਮਸੀ ਨੂੰ, 2 ਦਿੰਦੇ ਬੀਜੇਪੀ ਨੂੰ। ਅੱਛਾ ਜੀ। ਜਿਹੜੀ ਦਾਰਜੀਲਿੰਗ ਉੱਥੇ ਵੀ 6 ਸੀਟਾਂ ਵਾ, 4 ਟੀਐਮਸੀ ਨੂੰ ਦਿੰਦੇ ਤੇ 2 ਬੀਜੇਪੀ ਨੂੰ ਦਿੰਦੇ ਆ। ਜਿਹੜੇ ਨਾਦੀਆਬਾਦ ਜ਼ੋਨ ਜਿਹੜੀ ਉਹਦੇ 17 ਸੀਟਾਂ ਵਾ, 10 ਟੀਐਮਸੀ ਨੂੰ, 5 ਬੀਜੇਪੀ ਨੂੰ, 1 ਕਾਂਗਰਸ ਨੂੰ ਤੇ 1 ਆਜ਼ਾਦ ਨੂੰ ਦਿੰਦੇ ਆ ਜੀ। ਜਿਹੜੀ ਪੱਛਮੀ ਮੈਦਨੀਪੁਰ ਆ ਉੱਥੇ 19 ਸੀਟਾਂ ਟੋਟਲ ਹੈਗੀਆਂ, ਉਹ 6 ਟੀਐਮਸੀ ਨੂੰ ਦਿੰਦੇ ਆ, 10 ਬੀਜੇਪੀ ਨੂੰ, 2 ਦਿੰਦੇ ਆ ਕਮਿਊਨਿਸਟਾਂ ਨੂੰ, 1 ਦਿੰਦੇ ਕਾਂਗਰਸ ਨੂੰ। ਪੁਰੂਲੀਆ ਦੀਆਂ 9 ਸੀਟਾਂ, ਉਹਦੇ 7 ਸੀਟਾਂ ਟੀਐਮਸੀ ਨੂੰ ਦਿੰਦੇ ਆ ਤੇ 2 ਬੀਜੇਪੀ ਨੂੰ ਦਿੰਦੇ ਆ ਜੀ। ਪੂਰਬੀ ਮੈਦਨੀਪੁਰ ਦੇ ਵਿੱਚ 16 ਸੀਟਾਂ ਵਾ ਤੇ 13 ਦਿੰਦੇ ਟੀਐਮਸੀ ਨੂੰ ਤੇ 2 ਬੀਜੇਪੀ ਨੂੰ ਤੇ 1 ਦਿੰਦੇ ਕਾਂਗਰਸ ਨੂੰ ਜੀ। ਜਿਹੜੀ ਹੈਗੀ ਆ ਦੱਖਣੀ 24 ਪਰਗਨਾ ਜੀ, 31 ਸੀਟਾਂ ਜੀ ਉੱਥੇ 31 ਸੀਟਾਂ ਦੇ 24 ਸੀਟਾਂ ਟੀਐਮਸੀ ਨੂੰ, ਮਮਤਾ ਨੂੰ 6 ਸੀਟਾਂ ਦੇ ਬੀਜੇਪੀ ਨੂੰ, 1 ਦਿੰਦੇ ਸੀਪੀਐਮ ਨੂੰ ਜੀ। ਵੀਰ ਭੂਮੀ ਜਿਹੜੀ ਆ ਉੱਥੇ 11 ਸੀਟਾਂ ਵਾ ਤੇ 5 ਟੀਐਮਸੀ ਤੇ 6 ਬੀਜੇਪੀ। ਤੇ ਮਾਲਦਾ ਦੇ ਵਿੱਚ ਜਿਹੜੀ ਹੈਗੀਆਂ ਉੱਥੇ 12 ਸੀਟਾਂ ਤੇ 7 ਦਿੰਦੇ ਟੀਐਮਸੀ ਨੂੰ, 3 ਦਿੰਦੇ ਇਹਨੂੰ ਬੀਜੇਪੀ ਨੂੰ, 1 ਦਿੰਦੇ ਉਹਨੂੰ ਆਪਣੇ ਨੂੰ ਸੀਪੀਆਈ ਤੇ 1 ਦਿੰਦੇ ਆਜ਼ਾਦ ਨੂੰ ਜੀ। ਮੁਰਸ਼ੀਬਾਦ ਉੱਥੇ 22 ਸੀਟਾਂ ਵਾ, 10 ਦਿੰਦੇ ਬੀਜੇਪੀ ਨੂੰ, 10 ਦਿੰਦੇ ਟੀਐਮਸੀ ਨੂੰ ਤੇ 1 ਦਿੰਦੇ ਇਹਨਾਂ ਕਮਿਊਨਿਸਟਾਂ ਤੇ ਕਾਂਗਰਸ ਨੂੰ ਜੀ। ਵਰਧਮਾਨ ਦੇ ਵਿੱਚ 12 ਸੀਟਾਂ ਜੀ, ਉਹਦੇ ਵਿੱਚ 7 ਦਿੰਦੇ ਟੀਐਮਸੀ ਨੂੰ ਤੇ 2 ਦਿੰਦੇ ਬੀਜੇਪੀ ਨੂੰ ਤੇ 2 ਦਿੰਦੇ ਸੀਪੀਐਮ ਨੂੰ ਤੇ 1 ਆਜ਼ਾਦ ਨੂੰ ਦਿੰਦੇ ਜੀ। ਹਾਵੜਾ 16 ਸੀਟਾਂ ਵਾ, ਹਾਵੜਾ ਦੇ ਵਿੱਚੋਂ 10 ਸੀਟਾਂ ਟੀਐਮਸੀ ਕੋਲੇ ਤੇ 6 ਬੀਜੇਪੀ ਨੂੰ ਦਿੰਦੇ ਨੇ ਜੀ। ਹੁਗਲੀ ਦੇ ਵਿੱਚ 10 ਸੀਟਾਂ ਹੈਗੀਆਂ, 10 ਸੀਟਾਂ ਹੈਗੀਆਂ, ਉਹ ਤੇ 17 ਸੀਟਾਂ ਹੈਗੀ ਮਿਕਸਚਰ, ਉਹਦੇ 10 ਸੀਟਾਂ ਦਿੰਦੇ ਉਹ ਇਹਨੂੰ ਆਪਣੇ ਨੂੰ ਟੀਐਮਸੀ ਨੂੰ, 7 ਦਿੰਦੇ ਬੀਜੇਪੀ ਨੂੰ। ਅੱਛਾ ਜੀ। ਪੱਛਮੀ ਵਰਗਵਾਦ ਵਿੱਚ 13 ਸੀਟਾਂ ਵਾ, 6 ਦਿੰਦੇ ਵਾ ਟੀਐਮਸੀ ਨੂੰ, 6 ਬੀਜੇਪੀ ਨੂੰ ਤੇ 1 ਦਿੰਦੇ ਕਾਂਗਰਸ ਨੂੰ। ਦੱਖਣੀ ਦਿਨਾਜਪੁਰ ਦੇ ਵਿੱਚ 6 ਸੀਟਾਂ, ਕੁੱਲ ਕਿੰਨੀਆਂ ਦਿੰਦੇ? ਇੱਕੋ। ਅੱਛਾ ਜੀ। ਦੱਖਣੀ ਦਿਨਾਜਪੁਰ ਦੇ 6 ਸੀਟਾਂ ਜਿੱਥੇ ਦੇ 2 ਟੀਐਮਸੀ ਤੇ 3 ਬੀਜੇਪੀ ਨੂੰ ਦਿੰਦੇ ਤੇ 1 ਕਾਂਗਰਸ ਨੂੰ। ਅਲੀਪੁਰਦਾਰ ਜਿਹੜੀਆਂ 5 ਸੀਟਾਂ ਵਾ ਤੇ 1 ਦਿੰਦੇ ਟੀਐਮਸੀ, 3 ਬੀਜੇਪੀ ਨੂੰ। ਤੇ ਉੱਤਰੀ 24 ਪਰਗਨਾ 33 ਸੀਟਾਂ ਵਾ, 15 ਦਿੰਦੇ, 15 ਟੀਐਮਸੀ, 15 ਬੀਜੇਪੀ, 1 ਸੀਪੀਆਈ ਤੇ 1 ਕਾਂਗਰਸ ਜੀ। ਟੋਟਲ 294 ਸੀਟਾਂ ਦੇ ਵਿੱਚੋਂ 158 ਸੀਟਾਂ ਉਹ ਦਿੰਦੇ ਆ ਮਮਤਾ ਬੈਨਰਜੀ ਨੂੰ। 158 ਜੀ। 193 ਚੋਂ 294 ਚੋਂ 294 ਚੋਂ ਹਾਂਜੀ। ਨਹੀਂ ਸਰਕਾਰ ਤੋਂ 10 ਵੱਧ ਦਿੰਦੀ ਉਹ।
ਠੀਕ ਹੈ 158 ਦਿੰਦੇ TMC ਨੂੰ, 109 ਦਿੰਦੇ BJP ਨੂੰ, ਤੇ 13 ਦਿੰਦੇ CPM ਨੂੰ, 13 ਦਿੰਦੇ ਕਾਂਗਰਸ ਨੂੰ, ਤੇ 3 ਦਿੰਦੇ ਉਹ ਆਮ ਆਜ਼ਾਦ ਨੂੰ ਜੀ। ਹੁਣ ਜਿਹੜੀਆਂ ਸੀਟਾਂ ਰਹਿ ਗਈਆਂ, ਜਿਹੜੀ 2 ਗਿਣੀਆਂ ਸੀਟਾਂ ਰਹਿ ਗਈਆਂ, ਉੱਥੇ ਮੈਂ ਕਿਹਾ ਸ਼ਾਇਦ 112 ਸੀਟਾਂ ਹੈਗੀਆਂ, ਉੱਥੇ 43% ਮੁਸਲਮਾਨ ਵੋਟ ਆ ਜੀ, ਜਿਹਦੇ ਕਰਕੇ ਮਮਤਾ ਨੇ ਸੋਨੀਆ ਨੂੰ ਫੋਨ ਕੀਤਾ ਵੀ ਤੁਸੀਂ ਇੱਥੇ ਪ੍ਰਚਾਰ ਕਿਉਂ ਬੰਦ ਕਰ ਦਿਓ, ਜੇ ਆਪਣੀਆਂ ਵੋਟਾਂ ਵੱਡੀਆਂ ਗਈ ਤੇ BJP ਫੇਰਾ ਲੈ ਜੂ, ਜੇ ਆਪਾਂ ਆਪਣੀ ਸਰਕਾਰ ਬਣਾਉਣੀ ਆ ਤੇ ਫਿਰ ਆਪਾਂ ਨੂੰ ਕੁਝ ਕਰਨਾ। ਹਾਂ, ਭਾਂਡੇ ਟਿੰਡੇ ਰੁਲ ਜਾਣਗੇ। ਉਹਨੇ ਫਿਰ ਕਹਿਤਾ ਵੀ ਜਿੱਦਾਂ ਮਮਤਾ ਕਹਿੰਦੀ ਉਦਾਂ ਕਰ ਲਓ। ਅੱਛਾ ਜੀ। ਹੁਣ BJP ਨੇ ਜਿਹੜੇ ਪ੍ਰਚਾਰ ਬੰਦ ਕੀਤਾ, ਉਹ ਕੀਤਾ ਵੀ ਇਸੇ ਕਰਕੇ ਆ ਕਿ ਉੱਥੇ ਮਿਲਣਾ ਕੁਛ ਨਹੀਂ ਉਹਨਾਂ ਨੂੰ। ਜੇ ਪ੍ਰਚਾਰ ਨਹੀਂ ਕਰਨਗੇ ਤੇ ਕਹਿ ਦੇਣਗੇ ਜੀ ਅਸੀਂ ਪ੍ਰਚਾਰ ਹੀ ਨਹੀਂ ਕੀਤਾ ਜੇ ਉੱਥੇ। ਹਾਂ ਬਹਾਨਾ ਮਿਲ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਸਾਨੂੰ ਕਿ ਮੁਸਲਮਾਨਾਂ ਦੀ ਵੋਟਾਂ ਤਾਂ ਮਿਲਣੀਆਂ ਨਹੀਂ ਉੱਥੇ ਉਹਨਾਂ ਨੂੰ। 43% ਵੋਟ ਮੁਸਲਮਾਨ ਦੀ, 43% ਉੱਥੇ ਇਹਨਾਂ ਸਾਰੇ ਹਲਕਿਆਂ ਚ। ਇਸ ਕਰਕੇ ਉਹਨੇ ਫੋਨ ਕੀਤਾ ਤੇ ਉਹਨੇ ਆਪਦੀ ਆਖੀ ਮੰਨ ਲਈ ਵੀ ਬੀਬੀ ਤੂੰ ਠੀਕ ਕਹਿੰਦੀ, ਮੈਂ ਆਪਣਾ BJP ਨੂੰ ਲਾਂਭੇ ਕਰਨੇ ਜਿੱਦਾਂ ਮਰਜ਼ੀ ਕਰੀਏ ਜੀ। ਉਹਦੀਆਂ 2 ਗੇੜ ਦੀਆਂ ਚੋਣਾਂ ਰਹਿ ਗਈਆਂ, ਹੁਣ 2 ਗੇੜ ਦੀਆਂ 29 ਤੋਂ ਹੋ ਜਾਣੀਆਂ, ਸਾਰੀਆਂ 28 ਤੱਕ ਪੂਰੀ ਹੋ ਜਾਣੀਆਂ, ਤੇ 2 ਨੂੰ ਰਿਜ਼ਲਟ ਆਏਗਾ, ਵੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ। ਚਲੋ ਰਿਜ਼ਲਟ ਤਾਂ ਹੁਣ ਕੀ ਬਣਦਾ। ਤੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਜੀ, ਉਹਦਾ ਕੀ ਬਣ ਰਿਹਾ? ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਜਦੋਂ ਕੋਈ ਵਿਰੋਧੀ ਧਿਰ ਦਾ ਬੰਦਾ ਹੁੰਦਾ ਉਦੋਂ ਪਤਾ ਲੱਗਦਾ ਕੀ ਹੁੰਦਾ। ਉਹਦੇ ਵਿੱਚ 2 ਮੈਂਬਰ ਵਿਰੋਧੀ ਧਿਰ ਸੀ ਕਿ ਮਿੱਠਾ ਸਿੰਘ ਕਾਨੇਕੇ ਤੇ ਇੱਕ ਹੈਗਾ ਵਾ ਅਮਰੀਕ ਸਿੰਘ ਸ਼ਾਹਪੁਰ। ਉਹਨਾਂ ਨੇ 3 ਮੁੱਦੇ ਠਾਏ ਨੇ ਉੱਥੇ। ਉਹਨੇ ਕਿਹਾ ਬੀਬੀ ਜੀ ਸਾਨੂੰ ਇਹ ਦੱਸ ਦਿਓ ਵੀ 328 ਸਰੂਪ ਜਿਹੜੇ ਸੀ ਉਹ ਕਿੱਥੇ ਗਏ ਨੇ। ਲੋਕ ਅਜੇ ਵੀ ਸਵਾਲ ਪੁੱਛਦੇ, ਅਸੀਂ ਮੈਂਬਰ ਹੈ SGPC ਦੇ, ਐਗਜ਼ੈਕਟਿਵ ਮੈਂਬਰ ਆ। ਉਹ ਕਹਿੰਦੀ ਜਿੱਥੇ ਗਏ ਸਹੀ ਸਲਾਮਤ ਸਾਨੂੰ ਦੱਸ ਦਿਓ, ਜਾ ਕੇ ਵੇਖਾਈ ਅਸੀਂ ਉੱਥੇ। ਅਜੇ ਵੀ ਧਰਨਾ ਬਾਹਰ ਲੱਗਾ, ਤੁਸੀਂ ਦੱਸਦੇ ਕੋਈ ਨਹੀਂ ਜੀ। ਤੁਹਾਨੂੰ ਪਤਾ ਹੋਏਗਾ ਵੀ ਜਦੋਂ ਇਹ ਸਰੂਪਾਂ ਦੀ ਗੱਲ ਚੱਲੀ ਸੀ ਉਦੋਂ ਸ਼੍ਰੋਮਣੀ ਕਮੇਟੀ ਨੇ ਸਾਬਕਾ ਜਥੇਦਾਰਾਂ ਦੀ ਇੱਕ ਕਮੇਟੀ ਬੁਲਾਈ ਸੀ ਜੀ। ਅਕਾਲ ਤਖਤ ਦੇ ਜਥੇਦਾਰ ਸੀ ਹੈਡ ਗ੍ਰੰਥ ਸਾਹਿਬ ਬੁਲਾਏ ਸੀ ਉਹਨਾਂ। ਉਹਦੇ ਵਿੱਚ ਜਦੋਂ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਬਾਹਰ ਨਿਕਲੇ ਸੀ, ਉਹਨੂੰ ਪੱਤਰਕਾਰ ਨੇ ਪੁੱਛਿਆ ਜੀ ਜਥੇਦਾਰ ਜੀ ਕੀ ਬਣਿਆ ਅੰਦਰ ਜੀ? ਕਹਿੰਦਾ ਕਮੇਟੀ ਬਣ ਗਈ ਹੈ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਸਭ ਕੁਝ ਮਿੱਟੀ ਕਰਨ ਵਾਸਤੇ। ਅੱਜ ਤੱਕ 1 ਕਿ 2 ਮੀਟਿੰਗਾਂ ਉਹਦੀਆਂ ਹੋਈਆਂ, ਅਜੇ ਤੱਕ ਕਿਸੇ ਤਣ ਪੱਤਾ ਨਹੀਂ ਲੱਗਾ। ਤੇ ਬੀਬੀ ਜਗੀਰ ਕੌਰ ਨੇ ਕਹਿਤਾ ਵੀ ਅਸੀਂ ਪੜਤਾਲ ਕਰਾ ਲਈ, ਉਹ ਬਿਲਕੁਲ ਸਹੀ ਸਲਾਮਤ ਗਿਆ ਜਿੱਥੇ ਪਏ ਨੇ, ਬਿਲਕੁਲ ਸਹੀ ਜਗ੍ਹਾ ਪਏ ਨੇ ਜੀ। ਬਾਹਰ ਧਰਨਾ ਲੱਗਾ, ਕੁੱਟ ਕੇ ਤੁਸੀਂ ਲੱਤਾਂ ਤੋੜਦੀਆਂ, ਬਾਹਾਂ ਤੋੜਦੀ ਉਹਨਾਂ ਦੀ। ਉਹ ਕਹਿੰਦੇ ਕੀ ਸੀ ਵੀ ਸਾਨੂੰ 328 ਸਰੂਪ ਦੱਸ ਦਿਓ, ਤੁਹਾਡੇ ਕੋਲ ਲਿਸਟ ਹੈਗੀ, ਜਾ ਕੇ ਅਸੀਂ ਪਤਾ ਕਰ ਲਈ ਵਾਕਿਆ ਜਗ੍ਹਾ ਤੇ ਗਏ ਕਿ ਤੁਸੀਂ ਝੂਠ ਬੋਲਦੇ ਹੋ। ਹੁਣ ਭਾਈ ਬਲਦੇਵ ਸਿੰਘ ਵਲਡਾਵਾ ਦਾ ਸਿੱਖ ਸੰਗਤ ਦਲ ਜਿਹੜਾ ਉਹ ਧਰਮ ਸਿੰਘ ਮਾਰਕੀਟ ਮਤਲਬ ਉੱਥੋਂ ਅੱਧਾ ਪੌਣਾ ਕਿਲੋਮੀਟਰ ਜਿਹੜਾ ਵਾ ਉਹ ਦੂਰ ਜਾ, ਉਹ ਧਰਨਾ ਲਾ ਕੇ ਬੈਠਾ ਜੀ, ਜਿੱਥੇ ਸ਼ਾਮ ਨੂੰ ਬੜੀ ਭੀੜ ਹੁੰਦੀ ਹੈ। ਉਹ ਵੀ ਕਹਿੰਦਾ ਵੀ 328 ਸਰੂਪਾਂ ਦਾ ਤੁਹਾਨੂੰ ਹਿਸਾਬ ਦੇ ਦਿਓ, ਜਿਹੜੇ ਗੁਰੂ ਦੇ ਕਰਕੇ ਅਸੀਂ ਹੈਗੇ ਆ ਜੀ, ਜਿਹੜੇ ਗੁਰੂ ਦਾ ਅਸੀਂ ਜਿਹੜਾ ਉਹ ਦਿੱਤਾ ਖਾਂਦੇ ਆ, ਜੇ ਉਹ ਸੇਫ ਨਹੀਂ, ਉਹਦੀ ਸੇਫਟੀ ਨਹੀਂ ਤੇ ਅਸੀਂ ਜਿਉਂਦੇ ਕਾਹਦੇ ਵਾਸਤੇ? ਬੀਬੀ ਜਗੀਰ ਕਹਿੰਦੀ ਕੋਈ ਨਹੀਂ, ਕੋਈ ਗੱਲ ਨਹੀਂ, ਸਭ ਠੀਕ ਹੈ ਜੀ। ਦੂਜਾ ਉਹਨੇ ਬੀਬੀ ਜਗੀਰ ਕੋ ਨਾ ਇਹਨਾਂ ਨੇ ਗੱਲ ਕੀ ਕਿ ਵੇਖੋ ਜਿਹੜੀ ਹੈਗੀ ਆ ਜਿਹੜਾ ਤੁਹਾਡਾ ਹੈਗਾ ਆਪਣਾ ਲਿਖਦੇ ਆ ਵੀ ਤੁਸੀਂ ਖਰਚਾ ਕਰ ਰਹੇ ਹੋ, ਉਹ ਖਰਚਾ ਉਸ ਜਗ੍ਹਾ ਕੀਤਾ ਜਾਵੇ ਜਿੱਥੇ ਲੋੜ ਹੈਗੀ ਜੀ। ਫਜ਼ੂਲ ਦੀ ਖਰਚੇਦਾਰੀ ਬੰਦ ਕੀਤੀ ਜਾਵੇ ਤੇ ਫਜ਼ੂਲ ਦੀਆਂ ਜਿਹੜੀਆਂ ਭਰਤੀਆਂ ਪਹਿਲਾਂ ਹੀ ਉਹ ਬੰਦ ਕੀਤੀਆਂ ਜਾਣ ਜੀ। ਜਦੋਂ ਕੋਈ ਇਲੈਕਸ਼ਨ ਅਨਾਉਂਸ ਹੋ ਜਾਂਦੀ ਉਦੋਂ ਕੋਡ ਆਫ ਕੰਡਕਟ ਲੱਗ ਜਾਂਦਾ। ਜਦੋਂ ਬੀਬੀ ਜਗੀਰ ਕੌਰ ਬਣੀ ਪ੍ਰਧਾਨ, ਤੁਹਾਨੂੰ ਪਤਾ ਉਦੋਂ ਪਹਿਲਾਂ, ਕਿਉਂਕਿ ਜਿਹੜੀ 1 ਅਕਤੂਬਰ ਤੋਂ ਲੈ ਕੇ ਤੇ 30 ਨਵੰਬਰ ਤੱਕ ਜਿਹੜੀ ਉਹ ਪ੍ਰਧਾਨ ਦੀ ਤੇ ਐਗਜ਼ੈਕਟਿਵ ਮੈਂਬਰਾਂ ਦੀ ਜਿਹੜੀ ਚੋਣ ਹੋਣੀ ਬਹੁਤ ਜ਼ਰੂਰੀ ਹੁੰਦੀ ਜੀ ਐਕਟ ਦੇ ਮੁਤਾਬਕ ਹਰ ਸਾਲ। ਉਹਦੇ ਵਿੱਚ ਜਦੋਂ ਚੋਣ ਅਨਾਉਂਸ ਹੋ ਗਈ ਤੇ ਉਦੋਂ ਜਿਹੜਾ ਆਪਣੇ ਸੀ ਲੋਂਗੋਵਾਲ, ਉਹਨੇ ਕੁਝ ਇੰਸਪੈਕਟਰ ਭਰਤੀ ਕੀਤੇ ਤੇ ਕੁਝ ਤਬਾਦਲੇ ਕੀਤੇ, ਕੁਝ ਪ੍ਰਮੋਟ ਕੀਤੇ ਜੀ। ਉਹਨਾਂ ਨੇ ਕਿਹਾ ਬੀਬੀ ਜੀ ਇਹ ਚੋਣ ਜ਼ਾਬਤੇ ਲੰਘਣਾ, ਇਹਨਾਂ ਦੇ ਖਿਲਾਫ ਕਾਰਵਾਈ ਕਰੋ, ਇਹ ਜਿਹੜੇ ਬੰਦੇ ਭਰਤੀ ਕੀਤੇ ਉਹ ਕੱਢੋ, ਜਿਨ੍ਹਾਂ ਨੇ ਬਦਲੇ ਕੀਤੇ ਵਾਪਸ ਕਰੋ, ਜੇ ਪ੍ਰਮੋਸ਼ਨ ਕੀਤੇ ਵਾਪਸ ਕਰੋ ਤੁਸੀਂ। ਬੀਬੀ ਜਗੀਰ ਕਹਿੰਦੀ ਕੋਈ ਨਹੀਂ ਠੀਕ ਹੈ ਜੀ, ਅਸੀਂ ਵੇਖ ਲਾਂਗੇ, ਜੇ ਵੇਖ ਲਵਾਂਗੇ ਤਾਂ ਵੇਖ ਨਹੀਂ ਲਵਾਂਗੇ, ਸਾਨੂੰ ਜਵਾਬ ਦਿਓ ਬਤਾ ਜੀ। ਉਹ ਹੁਣ ਅਖਬਾਰਾਂ 'ਚ ਗਿਆ ਵੀ ਅਸੀਂ ਝੂਠੇ ਨਹੀਂ ਬਣਨਾ, ਸਾਨੂੰ ਕੋਈ ਪੁੱਛੇ ਇਸ ਗੱਲ ਨੂੰ ਕੱਲ ਨੂੰ ਕਿ ਤੁਸੀਂ ਇਹ ਗਲਤ ਕਰ ਰਹੇ ਹੋ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ, ਮੂਲ ਨਾਨਕਸ਼ਾਹੀ ਕੈਲੰਡਰ ਦਾ 2008 ਦੇ ਜੀ, ਕੀ ਹੋਇਆ ਸੀ ਉਦੋਂ? 8 ਚ ਪਾਇਆ ਕਿ 10 ਪਾਇਆ, ਮੈਨੂੰ ਪੂਰਾ ਯਾਦ ਨਹੀਂ। ਹਾਂਜੀ, ਉਹਦੀ ਪਾ ਹੀ ਦਿੱਤਾ ਸੀ ਬਸ ਥੋੜੀ ਦੇਰ ਬਾਅਦ। ਹਾਂਜੀ, ਉਹਦੇ ਵਿੱਚ ਜਦੋਂ ਇਹਨਾਂ ਭੋਗ ਪਾਇਆ ਗਿਆ 10 ਚ ਪਾਇਆ ਸੀ ਮੇਰੇ ਖਿਆਲ, ਭੋਗ ਪਾਇਆ ਗਿਆ ਵਾ ਜੀ, ਬਕਾਇਦਾ ਤੌਰ ਤੇ ਐਗਜ਼ੈਕਟਿਵ ਨੇ ਮਨਜ਼ੂਰੀ ਦਿੱਤੀ।
15 ਮੈਂਬਰ ਸੀ ਤੇ 3 ਮੈਂਬਰ ਬਾਈਕਾਟ ਕਰਕੇ ਬਾਹਰ ਆ ਗਏ ਸੀ ਜੀ। ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਅਸੀਂ ਪੁੱਛਿਆ ਉਹਨਾਂ ਨੂੰ ਜੀ, ਇਹ ਕਹਿੰਦੇ ਜੀ ਮੱਕੜ ਸਾਹਿਬ ਕਹਿੰਦੇ ਜੀ ਸਰਬਸੰਮਤੀ ਨਾਲ ਮਤਾ ਪਾਸ ਹੋ ਜਾਂਦੇ। ਬਿਲਕੁਲ ਨਹੀਂ, 3 ਬੰਦੇ ਕਿੱਥੇ ਗਏ? ਕਹਿੰਦੇ ਬਹੁਤ ਸਰਬਸੰਮਤੀ ਕਰ ਲਓ ਫਿਰ। ਉਦੋਂ ਵੀ ਵਿਰੋਧ ਕੀਤਾ ਸੀ, ਉਹਨਾਂ ਨੇ ਵਿਰੋਧ ਕੀਤਾ ਸੀ ਤੇ ਉਹ ਅੱਜ ਵੀ ਆਪਣੇ ਨੂੰ ਕਹਿੰਦੇ ਜੀ ਭਾਈ ਅਸੀਂ ਵਿਰੋਧ ਕੀਤਾ ਸੀ ਉਦੋਂ ਵੀ। ਹੁਣ ਇਹ 2 ਮੈਂਬਰ ਵੀ ਕਹਿਣਗੇ ਕੱਲ ਨੂੰ ਲੋਕਾਂ ਜਾ ਕੇ ਵੀ ਅਸੀਂ ਵਿਰੋਧ ਕਰਦੇ ਨੇ ਜਿੰਨੀ ਜੋ ਕਿ ਹੈਗੇ ਸਨ, ਜੋ ਸਾਡੀ ਡਿਊਟੀ ਬਣਦੀ ਸੀ। ਜੇ ਉਹ ਨਹੀਂ ਅੱਖ ਲੱਗੇ ਅਸੀਂ ਕਰ ਸਕਦੇ ਵੋਟਾਂ ਸਾਨੂੰ ਗਾਹ ਪਾ ਦਿਓ, ਸਾਡੀ ਤੁਸੀਂ ਕਮੇਟੀ ਬਣਾ ਦਿਓ, ਅਸੀਂ ਇਨਸਾਫ ਦੇ ਦਿਆਂਗੇ ਜੀ। ਬਿਲਕੁਲ, ਇਹਨਾਂ ਨੇ ਇਨਸਾਫ ਤਾਂ ਕੀ ਦੇਣੇ ਆ ਜੀ। ਸੋ ਸੁਖਬੀਰ ਸਿੰਘ ਬਾਦਲ ਲਗਾਤਾਰ ਮੰਡੀਆਂ ਦਾ ਦੌਰਾ ਕਰ ਰਹੇ ਆ ਜੀ। ਇਹਨਾਂ ਨੂੰ ਕਰੋਨਾ ਤਾਂ ਹੋ ਕੇ ਹਟ ਗਿਆ। ਚੰਗੀ ਗੱਲ ਆ ਜੀ, ਚੰਗੀ ਗੱਲ। ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਹੇ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਹੇ, ਬੜੀ ਚੰਗੀ ਗੱਲ ਕਰ ਰਹੇ। ਅਸੀਂ ਕਹਿੰਦੇ ਵੀ ਜਿਹੜਾ ਚੰਗਾ ਕੰਮ ਕਰਦਾ ਉਹ ਸ਼ਲਾਘਾ ਕਰਨੀ ਬਣਦੀ ਜੀ। ਲੇਕਿਨ ਜਦੋਂ ਐਸਡੀਐਮ ਨੂੰ ਪੁੱਛਿਆ ਗਿਆ ਕਿ ਮੰਡੀਆਂ 'ਚ ਸੁਖਬੀਰ ਸਿੰਘ ਬਾਦਲ ਆਏ ਸੀ ਤੇ ਉਹਨਾਂ ਨੇ ਇੱਕ ਫੌਜ ਸੀ ਬੰਦਿਆਂ ਉਹਦੇ ਵਰਕਰਾਂ ਦੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਅਸੀਂ ਕੁਛ ਨਹੀਂ ਕਹਿਣਾ, ਅਸੀਂ ਸਾਡੇ ਵੱਲੋਂ ਸਿਰਫ 10 ਬੰਦੇ ਜਿਹੜੇ ਆ ਉੱਥੇ ਇੱਕ ਜਗ੍ਹਾ ਤੇ ਖਲੋ ਸਕਦੇ ਹੋ, ਉਹ ਵੀ ਡਿਸਟੈਂਸ ਰੱਖ ਕੇ। ਇਹ ਤੋਂ ਵੱਧ ਨਹੀਂ। ਜੇ ਸੁਖਬੀਰ ਸਿੰਘ ਬਾਦਲ ਨਹੀਂ ਆਇਆ ਤੇ ਫਿਰ ਜਵਾਬ ਦੇਣ ਆਪਣਾ ਜੀ, ਕਿਉਂ ਆਏ? ਉਹ ਇੱਥੋਂ ਤੋਂ ਚਲੇ ਗਏ, ਭਾਈ ਭਗਤਾਂ ਕੋਲ ਚਲੇ ਗਏ, ਚੌਕੀ ਮਾਨ ਚਲੇ ਗਏ, ਅੱਗੇ ਕਿਸਾਨ ਬੈਠੇ ਸੀਗੇ, ਉਹਨਾਂ ਗੱਡੀ ਘੇਰ ਲਈ ਇਹਨਾਂ ਦੀ ਫਿਰ। ਅੱਛਾ ਜੀ। ਜਿੰਦਾਬਾਦ ਤੇ ਮੁਰਦਾਬਾਦ ਪੂਰੀ ਉੱਥੇ ਹੋਈ। ਸੁਖਬੀਰ ਸਿੰਘ ਬਾਦਲ ਮੁਰਦਾਬਾਦ ਤੇ ਅਕਾਲੀ ਦਲ ਮੁਰਦਾਬਾਦ, ਪੂਰੀ ਮੁਰਦਾਬਾਦ ਕੀਤੀ। ਫਿਰ ਪੁਲਿਸ ਨੂੰ ਆ ਕੇ ਤੇ ਗੱਡੀ ਕੱਢਣੀ ਪਈ ਉਹਨਾਂ ਦੀ। ਮਤਲਬ ਜਿਹੜੀ ਜਿੰਨੀ ਕੀ ਗਲਤੀ ਕੀਤੀ ਸੀ ਉਹਨਾਂ ਕੋਲ ਹਿਸਾਬ ਤਾਂ ਬਰਾਬਰ ਕਰ ਲਿਆ ਉੱਥੇ ਕਿਸਾਨਾਂ ਨੇ ਜੀ। ਬਿਲਕੁਲ। ਤੇ ਪੱਟੀ ਸਾਹਿਬ, ਪੰਜਾਬ ਦੇ ਵਿੱਚ ਪੰਜਾਬੀ ਸਾਡੇ ਅਮਰੀਕਾ ਕੈਨੇਡਾ ਬੈਠੇ ਨੇ, ਨਸ਼ਿਆਂ ਵਾਲਾ ਕੰਮ ਜਿਹੜਾ ਫੜਿਆ ਗਿਆ ਹੈ, ਲੜੀ ਲਗਾਤਾਰ ਤੁਰਦੀ। ਹੁਣ ਸੈਟਲ ਦੇ ਵਿੱਚ ਵੀ ਕਹਿੰਦੇ $1 ਮਿਲੀਅਨ ਦਾ ਜਿਹੜਾ ਹੈ ਉਹ ਨਸ਼ਾ ਫੜਿਆ ਗਿਆ। ਇਹ ਕੌਣ ਨੇ ਸ਼ਖਸ? ਇਹ ਬਿਲਕੁਲ ਜੀ, ਵੇਖੋ ਸ਼ਖਸਾਂ ਬਾਰੇ ਤਾਂ ਜੇ ਪਤਾ ਨਹੀਂ ਲੱਗਾ, ਲੇਕਿਨ ਉਰਦੀ ਦੀ ਖਬਰ ਹੁਣੇ ਆਈ ਮੇਰੇ ਕੋਲ, ਤਾਂ ਉਸੇ ਵੇਲੇ ਖਬਰ ਨੋਟ ਕੀਤੀ ਹੈ। ਇਹ ਸਿਆਟਲ ਦੇ ਰੈਟਨ ਇਲਾਕਾ ਦਾ ਜੀ। ਉੱਥੋਂ ਪੁਲਿਸ ਨੇ $1.7 ਮਿਲੀਅਨ ਜਿਹੜੇ ਨਸ਼ੇ ਬਰਾਮਦ ਕੀਤੇ, ਖੇਪ ਬਰਾਮਦ ਕੀਤੀ ਹੈ। 2 ਵਿਅਕਤੀ ਗ੍ਰਿਫਤਾਰ ਕੀਤੇ। ਇਹ ਕੌਣ ਹੈ ਇਹ ਨਹੀਂ ਪਤਾ ਜੀ। ਇਹ ਹੁਣ ਜਦੋਂ ਉਹ ਸਾਹਮਣੇ ਆਉਣਗੇ ਫਿਰ ਵੇਖਾਂਗੇ ਕਿ ਕੀ ਬਣਦਾ, ਕੌਣ ਬੰਦੇ ਕੌਣ ਨਹੀਂ ਬੰਦੇ ਹੈਗੇ। ਕਿਉਂਕਿ ਜਿਹੜੀ ਕੱਲ ਪਰਸੋਂ ਸਾਡੇ 25 ਬੰਦੇ ਜਿਹੜੇ ਫੜੇ ਗਏ ਨੇ, ਉਹ ਇੱਕ ਹਿਸਾਬ ਦੀ ਬੜੀ ਇੱਕ ਤੋਹੀਨ ਹੋਈ, ਬੇਇੱਜ਼ਤੀ ਹੋਈ ਸਾਡੀ ਬੜੀ। ਦੇਖੋ ਜੀ, ਇੱਥੇ ਟੋਰਾਂਟੋ ਦਾ ਇੱਕ ਮੀਡੀਆ ਪਰਸਨੈਲਿਟੀ ਵੀ ਕਹਿੰਦੇ ਉਹਦੀ ਘਰ ਵਾਲੀ ਜਿਹੜੀ ਸੀ ਉਹ ਉਹਦੇ 'ਚ ਉਹਦਾ ਕੰਮ ਜਿਹਾ ਹੋ ਗਿਆ, ਤਲਾਕ ਵੀ ਕਹਿੰਦੇ ਉਹਨੇ ਕਾਗਜ਼ਾਂ 'ਚ ਲੈ ਲਿਆ, ਕਿਉਂਕਿ ਕਹਿੰਦੇ ਲੱਖਾਂ $1 ਮਿਲੀਅਨ ਉਹਨਾਂ ਨੂੰ ਵੀ ਪੈ ਜਾਣੇ ਆ। ਕਹਿੰਦੇ ਘਰਾਂ ਦੀ ਵੇਚਣ ਦੀ ਜਿਹੜੀ ਉਹ ਉਹਨਾਂ ਦੀ ਜਾਲੀ ਬੈਂਕ ਅਕਾਊਂਟ, ਉੱਥੇ ਵੀ ਜਾਲੀ ਬੈਂਕ ਅਕਾਊਂਟ ਬਣਾਈ ਜਾਂਦੇ ਸੀ, ਬੈਠੇ ਰਿਟਰਨਾਂ ਬਣਾਈ ਜਾਂਦੇ। ਜਿਵੇਂ ਇੱਧਰ ਸੀ ਵੀ ਜੇ ਕਿਸੇ ਨੂੰ $1 ਲੱਖ ਦਾ ਲੋਨ ਚਾਹੀਦਾ ਤੇ ਅਗਲੇ ਦਾ $20 ਲੱਖ ਜਾਂ ਕੋਈ ਆਪਣੇ $2 ਲੱਖ ਬੈਂਕ 'ਚ ਹੋਣਾ ਚਾਹੀਦਾ, ਉਹ ਹੈ ਨਹੀਂ, ਤਾਂ ਕਹਿੰਦੇ ਉਹ ਵੀ ਕੰਮ ਕਰੀ ਜਾਂਦੇ ਸੀ। ਆਪਣੇ ਵਾਲੇ ਟਲਦੇ ਨਹੀਂ। ਉਹ ਬਹੁਤ ਵਧੀਆ ਉੱਥੇ ਆ ਲੋਕਾਂ 'ਚ ਕਹਿਣਗੇ ਜੀ ਸਾਡੇ ਵਰਗਾ ਬੰਦਾ ਕੋਈ ਨਹੀਂ, ਦਾਨੀ ਪੁਰਸ਼ ਕੋਈ ਨਹੀਂ। ਜੀ ਜੀ ਜੀ। ਇਹ ਫਿਰ ਜੇ ਦੂਜੇ ਬੰਦੇ ਨੂੰ ਕੰਮ ਖਰਾਬ ਕਰ ਦਿੰਦਾ ਜੀ। ਬਾਕੀ ਦੀ ਢਿੱਲੀ ਟੈਟ ਹੋ ਜਾਂਦੀ ਮੁੜ ਕੇ। ਮਾੜੇ ਜਵਾਕਾਂ ਦਾ ਨਾਸ ਵੱਜੀ ਜਾਂਦਾ ਜੀ। ਜਵਾਕਾਂ ਨੂੰ ਜਦੋਂ ਵੱਡੀਆਂ ਕੋਲੇ ਗੱਲ ਹੈ ਨਾ, ਜਦੋਂ ਗੁਆਂਢੀਆਂ ਦੇ ਕੁੱਕੜ ਬਣਦਾ ਹੋਵੇ, ਜਦੋਂ ਖੁਸ਼ਬੂ ਆਏ ਨੂੰ ਹੋਵੇ, ਤਾਂ ਜੀਭ 'ਚ ਮੂੰਹ 'ਚ ਪਾਣੀ ਤਾਂ ਆ ਹੀ ਜਾਂਦਾ। ਬਿਲਕੁਲ ਬਿਲਕੁਲ। ਕਹਿੰਦਾ ਇਹਨੂੰ ਕੁਛ ਨਹੀਂ, ਮੈਨੂੰ ਕੀ ਹੋਣਾ ਨਹੀਂ। ਉਹ ਇਸੇ ਗੱਲ 'ਚ ਵਿਚਾਰੇ ਕਈ ਫਸ ਗਏ ਇੱਥੇ। ਜਿਹਨੂੰ ਕੀ ਹੋਣਾ, ਵਿਚਾਰੇ ਗਰੀਬ ਘਰਾਂ ਦੇ ਮੁੰਡੇ ਨੇ, ਬਹੁਤੇ ਕੋਈ ਅਮੀਰ ਵੀ ਨਹੀਂ ਹੈਗੇ। ਤੁਹਾਡੇ ਤਰਨ ਦੇ ਦੱਸੋ, ਹੁਣ ਪਤਾ ਹੀ ਆਪਾਂ ਨੂੰ, ਵਿਚਾਰੇ ਕਿੱਲਾ 2 ਕਿੱਲੇ ਜ਼ਮੀਨ ਵੇਚ ਕੇ ਗਏ ਆ। 2 ਨੂੰ ਆ ਗਏ। ਇੱਕ ਹੁਣ ਇੱਕ ਕਹਿੰਦੇ ਟੋਰਾਂਟੋ ਦਾ ਬੇਲੀ ਜਿਹੜਾ ਫੜਿਆ ਗਿਆ ਸੀਗਾ ਜੀ ਜੀ, ਉਹ ਕਹਿੰਦੇ ਵਕੀਲ ਵੀ ਇਹਨਾਂ ਦੇ ਤਕੜੇ। ਮੈਂ ਤਾਂ ਹੈਰਾਨ ਆ, ਇੱਥੇ ਇੱਕ ਵਾਰੀ ਫੀਮ ਫੜੀ ਜਾਵੇ ਤਾਂ ਬੰਦਾ ਬਾਹਰ ਆਉਣ ਦੀ ਨਹੀਂ ਸੋਚਦਾ। ਉਹ ਦੂਜੇ ਦਿਨ ਹੀ ਕਹਿੰਦੇ ਬਾਹਰ ਆ ਗਿਆ ਤੇ ਆਪਦਾ ਗਾਣਾ ਗੂਣਾ ਵੀ ਪਾਈ ਬੈਠਾ ਵੀ ਸਾਨੂੰ ਤਾਂ ਜੇਲਾਂ ਕਿਹੜੀਆਂ ਹੈ। ਉਹ ਮੈਂ ਗਾਣਾ ਬੜਾ ਚੱਲੀ ਜਾਂਦਾ ਸੋਸ਼ਲ ਮੀਡੀਆ ਤੇ ਬੰਦੇ ਨੇ ਬਾਹਰ ਆ ਕੇ। ਜਾਣਨੇ ਵਾਲੀ ਇਹ ਸਭ ਚਲੋ ਉਹ ਬਾਹਰ ਆ ਗਿਆ, ਠੀਕ ਹੈ, ਲੇਕਿਨ ਉੱਥੋਂ ਦੇ ਕਾਨੂੰਨ ਇੰਨੇ ਅਕਸਰ ਜਿਹੜਾ ਬੰਦਾ ਦੋਸ਼ੀ ਕਰਾ ਦਿੱਤਾ ਗਿਆ ਨਾ, ਉਹ ਮੁੜ ਕੇ ਸਾਰੀ ਉਮਰ ਅੰਦਰ ਨੂੰ ਉਹਨੂੰ ਨਹੀਂ ਬਾਹਰ ਨਿਕਲ ਦਿੰਦੇ ਜੀ। ਲੇਕਿਨ ਮਾੜੀ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਬਾਕੀਆਂ ਦਾ ਕੰਮ ਤੁਸੀਂ ਖਰਾਬ ਕਰ ਰਹੇ ਹੋ। ਕਈ ਬੰਦੇ ਵਿੱਚ ਸ਼ਰੀਫ ਹੈਗੇ ਜਿਹੜੇ। ਪਰ ਐ ਨਾ ਜੀ, ਨਵਾਂ ਬੰਦੇ ਨੂੰ ਤਾਂ ਉਹਨੂੰ ਆਏ ਹੋ ਜਾਂਦਾ ਯਾਰ ਇਹਦਾ ਕੁਝ ਵੀ ਨਹੀਂ ਹੋਇਆ, ਤਾਂ ਬਾਅਦ 'ਚ ਪਤਾ ਲੱਗਦਾ ਨਾ 5 ਸਾਲਾਂ ਬਾਅਦ ਜਦੋਂ ਮੱਕੂ ਵੱਜਿਆ ਜਾਂਦਾ। ਪਰ ਉਨੀ ਦੇਰ 'ਚ ਤਾਂ 5 ਸਾਲਾਂ 'ਚ ਦੂਜੇ ਬੜੇ ਰਗੜੇ ਜਾਂਦੇ ਵਿਚਾਰੇ। ਉਹ ਕਹਿੰਦੇ ਯਾਰ ਇਹ ਤਾਂ ਗਿਆ, ਬਾਹਰ ਆ ਗਿਆ, ਗੱਲ ਨਹੀਂ ਬਾਤ ਨਹੀਂ, ਆਪਣੇ ਵੀ ਕੰਮ ਚੱਕਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਹਾਂ। ਤੇ ਉਧਰ ਕਹਿੰਦੇ ਵੀ ਧੀ ਜੰਮੀ ਤੇ ਦਾਦਕੇ ਕਹਿੰਦੇ ਹੈਲੀਕਾਪਟਰ ਲੈ ਕੇ ਨਾਨਕਿਆਂ ਤੋਂ ਲੈਣ ਆਏ ਜੀ। ਕਿੱਥੋਂ ਦੀ ਇਹ ਖਬਰ ਆ? ਬੜੀ ਉਹਨਾਂ ਦੇ ਘਰ ਜੀ 35 ਸਾਲ ਬਾਅਦ ਕੁੜੀ ਜੰਮੀ ਸੀ ਜੀ।
ਜਦੋਂ 35 ਸਾਲ ਬਾਅਦ ਕੁੜੀ ਜੰਮੀ ਤੇ ਦਾਦਕਿਆਂ ਨੇ ਕਿਹਾ ਭਾਈ ਹੁਣ ਇਹ ਕੁੜੀ ਦੀ ਆਪਾਂ ਪੂਰੀ ਪਰਵਰਿਸ਼ ਕਰਨੀ। ਉਹ ਨਾਨਕੇ ਦੇ ਘਰ ਜੰਮੀ ਸੀ। ਅੱਛਾ ਜੀ। ਤੇ ਨਾਨਕਿਆਂ ਦੇ ਘਰ ਤੋਂ ਜਦੋਂ ਆਪਣੇ ਘਰ ਲਿਆਉਣੀ ਸੀ ਉਹ ਸਵਾ ਮਹੀਨੇ ਬਾਅਦ ਜੋ ਉਹਨਾਂ ਦੇ ਰੀਤੀ ਰਿਵਾਜ ਹੋਣਗੇ ਉਦੋਂ ਲਿਆਂਦੀ ਤੇ ਫਿਰ ਉਹਨਾਂ ਨੇ ਹੈਲੀਕਾਪਟਰ ਲਿਆਂਦਾ ਜੀ। ਹੈਲੀਕਾਪਟਰ ਦਾ ਆਪਣੀ ਬਕਾਇਆ ਤੌਰ ਤੇ ਫਸਲ ਵੇਚ ਕੇ 5 ਲੱਖ ਰੁਪਏ ਦਿੱਤਾ ਉਹਦਾ। ਅੱਛਾ ਜੀ। ਇਹ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੀ ਗੱਲ ਹੈ। ਗਾਂਵ ਹੈਗਾ, ਪਿੰਡ ਹੈਗਾ ਜੀ ਨਿਬੜੀ। ਅੱਛਾ ਜੀ। ਨਿਬੜੀ ਚਾਂਦਾ ਪਤਾ। ਹਾਂ ਹਾਂ। ਉੱਥੋਂ ਦਾ ਕਿਸਾਨ ਆ ਤੇ ਇਹ ਮਦਨ ਲਾਲ ਦੀ ਕੁੜੀ ਦਾ ਦਾਦਾ ਵਾ। ਹਾਂ। ਤੇ ਇਹਦਾ ਜਿਹੜੀ ਹਨੂਮਾਨ ਦਾ ਪਿਓ ਦਾ ਨਾਮ ਪ੍ਰਜਾਪਤ ਬਰਾਦਰੀ ਆ। ਅੱਛਾ ਜੀ। ਪ੍ਰਜਾਪਤ ਆਪਣੇ ਕੁਮਾਰ ਬਰਾਦਰੀ ਨੂੰ ਕਹਿੰਦੇ। ਹਾਂਜੀ ਹਾਂਜੀ। ਹਾਂ। ਉਹਦੀ ਪਤਨੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ 35 ਸਾਲ ਬਾਅਦ। ਅੱਛਾ ਜੀ। ਉਹਨਾਂ ਨੇ ਫਿਰ ਇਹਦੀ ਜਿਹੜੀ ਸੀ ਉਹ ਕੁੜੀ ਦੇ ਪੂਰੇ ਜਸ਼ਨ ਮਨਾਏ ਜਿੱਦਾਂ ਮਨਾਉਣੇ ਚਾਹੀਦੇ। ਕੀ ਬਾਤ ਹੈ, ਕੀ ਬਾਤ। ਉਹ ਨਾਨਕਿਆਂ ਤੋਂ ਫਿਰ ਹੈਲੀਕਾਪਟਰ ਸਪੈਸ਼ਲ 5 ਲੱਖ ਰੁਪਇਆ ਕਰਕੇ ਲੈ ਕੇ ਆਏ ਤੇ ਕੁੜੀ ਨੂੰ ਹੈਲੀਕਾਪਟਰ ਤੇ ਲਿਆਂਦਾ ਤੇ ਪਿੰਡ ਵਾਲਾ ਵੀ ਫਿਰ ਸਵਾਗਤ ਬਹੁਤ ਕੀਤਾ। ਹਾਂ ਹਾਂ। ਹੈਲੀਪੈਡ ਤੋਂ ਘਰ ਤੱਕ ਪਿੰਡ ਵਾਲੇ ਨੇ ਫੁੱਲ ਵਿਛਾਤੇ ਫਿਰ ਜਿੱਥੇ ਕੁੜੀ ਲੰਘ ਕੇ ਆਈ ਹੈ ਜੀ। ਉਹ ਕੁੜੀ ਜਦੋਂ ਆਈ ਹੈ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਪਿੰਡ ਨੂੰ ਸੱਦਿਆ, ਭਾਈ ਅੱਜ ਦਾ ਖੜਾ ਸਾਡੇ ਵੱਲ। ਰੁਪਈਆ ਮਤਲਬ 10 ਲੱਖ ਰੁਪਏ ਲਾਇਆ ਉਹਨਾਂ ਨੇ ਆਪਣੀ ਜੇਬ ਚੋਂ। ਜੀ। ਉਹ ਤਾਂ ਲੱਗਣਾ ਹੀ ਸੀ ਜੀ। ਕੁੜੀ ਜਿੱਥੇ ਆਈ ਸੀ ਇੱਥੇ ਇੱਕ ਸਾਡੇ ਆਮ ਤੌਰ ਤੇ ਆ ਰੋਜ਼ ਅਖਬਾਰਾਂ ਹੀ ਪੜ੍ਹਦੇ ਅਸੀਂ ਵੀ ਉਹਨੂੰ ਵਿਚਾਰੀ ਨੂੰ ਸਾੜ ਦਿੱਤਾ ਜੀ, ਮਾਰ ਦਿੱਤਾ ਜੀ, ਭਰੂਣ ਹੱਤਿਆ ਹੋ ਗਈ ਜੀ। ਇਹ ਵੀ ਕਰਮਾਂ ਵਾਲੀ ਕੁੜੀ ਵੇਖੋ ਜਿੱਥੇ 10 ਲੱਖ ਰੁਪਇਆ ਲਾ ਕੇ ਸਵਾਗਤ ਕੀਤਾ ਆਪਣੇ ਘਰ ਵਿੱਚ ਆਉਣ ਵਾਸਤੇ। ਤੇ ਹੋਣਾ ਵੀ ਏਦਾਂ ਚਾਹੀਦਾ। ਕੁੜੀਆਂ ਘੱਟ ਨਹੀਂ ਕਿਸੇ ਚੀਜ਼ ਤੋਂ ਹੈਗੀਆਂ ਜੀ। ਜੀ। ਤੇ ਉਹਨਾਂ ਨੇ ਬੜੇ ਬੈਂਡ ਬਾਜੇ ਵਜਾਏ ਆ। ਫਿਰ ਪਿੰਡ ਵਾਲਿਆਂ ਨੇ ਬੜੇ ਸੋਹਲੇ ਗਾਏ ਨੇ, ਗਾਣੇ ਗਾਏ ਨੇ, ਭੰਗੜੇ ਪਾਏ ਨੇ ਉਹਦੀ ਖੁਸ਼ੀ ਦੇ ਵਿੱਚ। ਉਹਨੇ ਜੇ ਧਾਰਮਿਕ ਰੀਤਾਂ ਜਿਹੜੀਆਂ ਸੀ ਉਹ ਵੀ ਕੀਤੀਆਂ ਵਾ। ਉਹਦਾ ਨਾਮ ਹੀ ਜਿਹੜਾ ਵਾ ਜਿਹਦੀ ਉਹਨੇ ਵੀ ਅਸੀਂ ਜਿਹੜੀ ਸਿੱਧਰਾਤਰੀ ਜਿਹੜੀ ਮਾਂ ਸੀ ਉਹ ਤੇ ਅਰਦਾਸ ਕੀਤੀ ਸੀ ਵੀ ਸਾਨੂੰ ਸਾਡੀ ਬੇਟੀ ਦੇਈ ਜੀ। ਉਹ ਬੇਟੀ ਵੀ ਤੇ ਨਾਂ ਵੀ ਉੱਤੇ ਰੱਖਿਆ, ਦੇਵੀ ਦੇ ਨਾਂ ਤੇ ਰੱਖਿਆ ਉਹਨਾਂ ਨੇ। ਹੁਣ ਇਹ ਦੇਵੀ ਹੈ ਸਾਡੇ ਘਰ ਜੀ। ਜੀ ਜੀ ਜੀ। ਸੋ ਵੈਸੇ ਚੰਗੀਆਂ ਗੱਲਾਂ ਜੀ। ਦੇਖੋ ਜਿਤ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ। ਬਿਲਕੁਲ। ਸਾਡੇ ਧਰਮ ਸਾਡੇ ਬੱਚਿਆਂ ਦਾ, ਕਿਉਂਕਿ ਇਹ ਤਾਂ ਜੱਗ ਜਾਨੀ ਹੈ ਨਾ ਜੀ। ਜੱਗ ਜਾਨੀ ਇਹਦੇ ਨਾਲ ਹੀ ਅੱਗੇ ਚੱਲਣਾ ਕੰਮ। ਹਾਂਜੀ। ਆਹ ਚੀਜ਼ਾਂ ਨੇ। ਤੇ ਪੱਟੀ ਸਾਹਿਬ ਅੱਜ ਮੌਸਮ ਦੀ ਸਥਿਤੀ ਕੀ ਹੈ ਜੀ? ਅੱਜ ਹੁਣ ਹਾਲਾਤ ਕਿਵੇਂ ਨੇ ਮੌਸਮ ਦੇ ਜਾਂਦੇ ਜਾਂਦੇ? ਇਸ ਵੇਲੇ ਮੌਸਮ ਬਿਲਕੁਲ ਸਾਫ਼ ਹੈ ਜੀ। ਜੇ ਸਾਫ਼ ਰਿਹਾ ਤੇ ਹਾਲ ਦੀ ਘੜੀ ਸਾਫ਼ ਆ। ਧੁੱਪ ਵੀ ਲੱਗੀ ਸੀ, ਫਿਰ ਪੱਖੇ ਬਾੜੇ ਪੁੱਠੇ ਚੱਲ ਪਏ ਜਿਹੜੇ ਬੰਦ ਪਏ ਸੀਗੇ ਜੀ। ਤੇ ਹੁਣ ਮੌਸਮ ਸਾਫ਼ ਰਹਿਣਾ ਚਾਹੀਦਾ। ਘੱਟੋ ਘੱਟ ਜਿਹੜਾ ਮੌਸਮ ਆ 15 ਦਿਨ ਬਿਲਕੁਲ ਕੋਈ ਨਹੀਂ ਹੋਣਾ ਚਾਹੀਦਾ। 15 ਦਿਨ ਤੱਕ ਲੋਕ ਕਣਕਾਂ ਸਾਂਭ ਲੈਣਗੇ। ਜਿਸ ਤਰੀਕੇ ਨਾਲ ਹੁਣ ਸਰਕਾਰ ਲੱਗੀ ਵੀ ਬਾਅਦ ਨਾਲ ਮੰਗਾਓ ਫਟਾਫਟ ਤੇ ਕਣਕਾਂ ਚੁੱਕੋ। ਲੇਕਿਨ ਆ 2-3 ਦਿਨ ਫਿਰ ਕਣਕ ਚੁੱਕੀ ਨਹੀਂ ਜਾਣੀ, ਕੋਈ ਸਿਰ ਜ਼ਿਆਦੀ ਵੱਧ ਜਾਣੀ ਹੈ। ਵੱਧ ਗਈ ਜੀ। ਪਾਣੀ ਭਿੱਜੀਆਂ ਫੋਟੋ ਤਸਵੀਰਾਂ ਆ ਰਹੀਆਂ ਨੇ ਭਿੱਜੀ। ਹਾਂਜੀ ਹਾਂਜੀ। ਭਿੱਜੀ ਸਿੱਲ ਕਰਕੇ ਜਿਹੜੀ ਉਹ ਸਿੱਲ ਵਧਣ ਕਰਕੇ ਜਿਹੜੇ ਸੀ ਕਿਸੇ ਵੀ ਏਜੰਸੀ ਨੇ ਕਣਕ ਨਹੀਂ ਖਰੀਦਣੀ, ਹੁਣ ਸੁੱਕੂਗੀ ਦੇ ਵਿੱਚ। ਜੀ ਜੀ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਸ਼ੁਕਰੀਆ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ। ਤੇ ਦੋਸਤੋ ਤੁਹਾਨੂੰ ਇੱਕ ਦੱਸ ਦਈਏ ਕਿ ਜਿਵੇਂ ਆਪਾਂ ਬੱਚੀ ਦੀ ਗੱਲ ਕੀਤੀ ਹੈ, ਸੋ ਇੱਕ ਕਹਾਣੀ ਤੁਹਾਨੂੰ ਢਿੱਲੋਂ ਸਾਹਿਬ ਨਾਲ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਸੁਣਾਵਾਂਗੇ। ਪੱਥਰ ਜਾਮਲਾ ਹਰਮੇਸ਼ ਸਿੰਘ ਦੀ। ਇਹ ਵੀ ਇੱਕ ਧੀ ਦੇ ਉੱਤੇ ਕਹਾਣੀ ਹੈ ਜੀ। ਸੋ ਜ਼ਰੂਰ ਸੁਣਨਾ ਅਤੇ ਸਾਨੂੰ ਦੱਸਣਾ ਕਿ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਅਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਅਤੇ ਮੇਰੀ ਗੁਜ਼ਾਰਿਸ਼ ਹੈ ਜੀ ਅੱਜ